हेलो। आपने आपको अनम्यूट कर लिया जी। ਤੁਹਾਡਾ ਮਾਈਕ੍ਰੋਫੋਨ ਮਿਊਟ है ना। सर अब ठीक है। हेलो। हाँ ठीक है। ते हाँ जी ठीक है। हाँ जी सर। अच्छा ਤੁਸੀਂ ਦੱਸੋ ਕੌਣ ਕੌਣ ਹੈਗੇ। ਇੱਕ ਬਲਵੀਰ ਜੀ। हाँ जी एक संजीव सर है सर, सर भी ट्राई कर रहे नाल ही होने हैं। ਬਲਵੀਰ ਆ ਰਹੇ ਨੇ, ਕੱਲਾ ਬਲਵੀਰ ਦੇ ਨਾਮ ਤੋਂ ਇੱਕ ਆ ਰਹੇ ਨੇ, ਇਹਨਾਂ ਨੂੰ ਚਲੋ ਮੈਂ ਐਡਮਿਟ ਕਰਾ ਲੈਂਦਾ। हाँ जी हाँ जी। ਇੱਕ संजीव संजीव सर ने। भी ट्राई करने हैं। हाँ जी हाँ जी, वो वेल्डर वाले ने वो भी कर लेंगे। हाँ जी संजीव कुमार आया एक नाम, चलो करा हाँ जी लेने। हाँ जी हाँ जी हाँ जी सर। हाँ जी सर, ये बलवीर सर अपने ही है। ठीक है एक मिनट जी। संजीव सर भी है सर, दोनों ही है जिन्होंने मर्जी हाँ बना ली ठीक है। है जी। हाँ जी। ठीक है ठीक है। बलवीर जी अनम्यूट कर लेना अपने आप ਨੂੰ। बलवीर सर, संजीव सर। ਇਹਨਾਂ ਤੁਸੀਂ ਦਿੱਤੀ ਹੈ ਕਮਾਂਡ, ਇਹ ਐਂਟਰ ਕਰਾਤੇ ਨੇ ਸਾਰੇ। हेलो। नहीं सर मैं तो कुछ नहीं किया सी। चलो चलो कोई नहीं। हाँ ते जी। ਤੁਸੀਂ ਸਕਰੀਨ ਸ਼ੇਅਰ ਕਰਨਾ ਜਾਂ ਕਿੱਥੇ ਕਰਨਾ ਸਕਰੀਨ ਸ਼ੇਅਰ ਸੰਜੀਵ ਸਰ ਆਪਣੇ ਨੂੰ ਅਨਮਿਊਟ ਕਰੋ। हेलो। हेलो। हाँ जी सर संजीव हुण सर। आई आवाज, विच आवाज कट दी है सर। हाँ जी कोई नहीं। संजीव सर, बलवीर सर सुन पा रहे हो। हाँ जी प्लीज ਤੇ ਸਕਰੀਨ ਸ਼ੇਅਰ ਕੌਣ ਕਰੂਗਾ ਜੀ, ਤੁਸੀਂ ਜਾਂ ਨਹੀਂ ਮੈਡਮ मैडम स्क्रीन शेयर करो अपनी। अनम्यूट। मैडम अनम्यूट करो अपने आप। अनम्यूट करो मैडम। हाँ जी सर कर लिया। हाँ जी स्क्रीन शेयर कर लो। हाँ जी सर करन लगी है सर। सर आ गई। हाँ जी सर हो गई। हाँ जी ठीक है। हाँ जी। हेलो। ओके सर। वेलकम एवरीबॉडी एंड गुड मॉर्निंग।
I am Babita Rani, English teacher from Mechand ITI, Jalandhar, Punjab. Today I am going to discuss my topic, that is behavioral skills. I will talk about my topic. First of all, we must talk about little bit कि ਜਿਹੜਾ ਸਾਡਾ ਅੱਜ ਦਾ ਮਿਸ਼ਨ ਫਤਿਹ ਦਾ ਚੱਲਿਆ ਸੀਗਾ ਦੌਰ, ਜੋ ਕਿ ਸਾਡੀ ਅੱਜ ਦੀ ਬਿਮਾਰੀ ਕਰੋਨਾ ਕਰਕੇ ਅਸੀਂ ਸਫਰ ਕਰ ਰਹੇ ਹਾਂ ਸਾਰੇ, ਜਿਸ ਕਰਕੇ ਅਸੀਂ ਆ ਸਭ ਉਪਰਾਲੇ ਕਰ ਰਹੇ ਹਾਂ ਵੀ ਅਸੀਂ ਲੈਕਚਰਸ ਦੇ ਰਹੇ ਹਾਂ, ਅਸੀਂ ਬੱਚਿਆਂ ਦੇ ਨਾਲ ਆਨਲਾਈਨ ਆਪਣਾ ਪੂਰੀ ਡਿਊਟੀ ਨਿਭਾ ਰਹੇ ਹਾਂ। ਇਹ ਜਸਟ ਬਿਕੋਜ਼ ਆਫ ਜੋ ਸਾਨੂੰ ਪੈਂਡੈਮਿਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਦੇ ਕਰਕੇ ਆ। ਤੇ ਪ੍ਰਮਾਤਮਾ ਕਰੇ ਸਭ ਆਪਣੇ ਘਰਾਂ 'ਚ ਸੇਫ ਰਹਿਣ, ਸੁਰੱਖਿਅਤ ਰਹਿਣ, ਤਾਂ ਕਿ ਅਸੀਂ ਦੁਬਾਰਾ ਫਿਰ ਤੋਂ ਮਿਲ ਸਕੀਏ, ਆਪਣੇ ਆਪਣੇ ਕਾਰਜਾਂ ਤੇ ਨਿਯਮਿਤ ਰੂਪ ਦੇ ਨਾਲ ਉਸੇ ਤਰ੍ਹਾਂ ਜਾਈਏ ਜਿਸ ਤਰ੍ਹਾਂ ਆਪਾਂ ਜਾਂਦੇ ਸੀਗੇ। So now I come to my topic, that is behavioral skills. So behavior skills are interpersonal, self-regulatory and task-related behaviors that connect to successful performance in education and workplace settings. The behavioral skills are designed to help individuals succeed through effective interactions, stress management, and persistent effort. ਇਸ ਦਾ ਭਾਵ ਹੈ ਕਿ ਵਿਵਹਾਰਿਕ ਕਲਾ ਜਿਹੜੀ ਹੈ, ਵਿਵਹਾਰ ਜਿਹੜਾ ਹੈ ਸਾਡਾ, ਉਹ ਵੀ ਇੱਕ ਸਕਿੱਲ ਕਹਾਉਂਦਾ ਹੈ, ਯਾਨੀ ਕਿ ਇੱਕ ਹੁਨਰ, ਇੱਕ ਗੁਣ ਕਹਾਉਂਦਾ ਹੈ। Behavioral skills are interpersonal, self-regulatory. ਇਹ ਇੰਟਰਪਰਸਨਲ ਹੁੰਦੇ ਹੈ, ਯਾਨੀ ਕਿ ਅਸੀਂ ਆਪਣੇ ਆਪ ਦੇ ਨਾਲ ਵੀ ਗੱਲਬਾਤ ਕਰਕੇ ਆਪਣੇ ਵਿਵਹਾਰ ਨੂੰ ਸਹੀ ਰੱਖਦੇ ਹਾਂ, ਦੂਸਰੇ ਦੇ ਨਾਲ ਵੀ ਕਰਦੇ ਹਾਂ। ਮੋਸਟ ਪ੍ਰੋਬੈਬਲੀ ਇਹ ਸੈਲਫ ਰੈਗੂਲੇਟਰੀ ਹੁੰਦਾ ਹੈ, ਟਾਸਕ ਰਿਲੇਟਿਡ ਹੁੰਦਾ ਹੈ, ਯਾਨੀ ਅਸੀਂ ਸਾਨੂੰ ਜੋ ਕੰਮ ਸੌਂਪਿਆ ਗਿਆ ਹੈ ਉਸ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਲੈਂਦੇ ਹਾਂ, ਸਾਡਾ ਵਿਵਹਾਰ ਉਸ ਦੇ ਪ੍ਰਤੀ ਕੀ ਹੈ। ਇਸੇ ਤਰ੍ਹਾਂ ਅਸੀਂ ਕਨੈਕਟ ਹੁੰਦੇ ਹਾਂ ਆਪਣੇ ਸਕਸੈਸਫੁਲ ਪਰਫਾਰਮੈਂਸ ਦੇ ਲਈ, ਕਿਉਂਕਿ ਸਾਡੀ ਸਕਸੈਸਫੁਲ ਪਰਫਾਰਮੈਂਸ ਚਾਹੇ ਉਹ ਐਜੂਕੇਸ਼ਨ ਦੇ ਖੇਤਰ 'ਚ ਹੈ ਜਾਂ ਸਾਡੇ ਕੰਮ ਦੇ ਖੇਤਰ 'ਚ ਹੈ, ਉਹ ਸਾਨੂੰ ਬਹੁਤ ਮਜ਼ਬੂਤ ਬਣਾਉਂਦੀ ਹੈ ਜਸਟ ਬਿਕੋਜ਼ ਆਫ ਹੈਵਿੰਗ ਕੰਟਰੋਲ ਔਨ ਆਵਰ ਬਿਹੇਵੀਅਰ। ਸੋ ਬਿਹੇਵੀਅਰਲ ਸਕਿੱਲਸ ਜਿਹੜੇ ਨੇ ਉਹ ਡਿਜ਼ਾਈਨਡ ਹੁੰਦੇ ਨੇ, ਕਹਿ ਲਓ ਕਿ ਉਹ ਪਲਾਨ ਹੁੰਦਾ, ਇੱਕ ਸਿਸਟਮ ਹੁੰਦਾ ਹੈ ਜਿਹੜਾ ਕਿ ਇੱਕ ਇੰਡੀਵਿਜੂਅਲ ਨੂੰ ਮਦਦ ਕਰਦਾ ਹੈ ਕਿ ਉਹ ਆਪਣੀ ਸਫਲਤਾ ਪ੍ਰਾਪਤ ਕਰੇ। ਕਿਸ ਤਰ੍ਹਾਂ ਪ੍ਰਾਪਤ ਕਰੇਗਾ ਉਹ? ਇਫੈਕਟਿਵ ਇੰਟਰੈਕਸ਼ਨਸ ਦੇ ਥਰੂ, ਯਾਨੀ ਉਹਦੇ ਪ੍ਰਭਾਵਸ਼ਾਲੀ ਲੋਕਾਂ ਦੇ ਨਾਲ ਸੰਬੰਧ ਹੋਣਗੇ, ਇੰਟਰੈਕਸ਼ਨਸ ਹੋਣਗੇ, ਸਟ੍ਰੈਸ ਮੈਨੇਜਮੈਂਟ ਤੇ ਉਹਦਾ ਕੰਟਰੋਲ ਹੋਏਗਾ, ਉਹ ਸਟ੍ਰੈਸ ਦੇ ਵਿੱਚ ਨਹੀਂ ਆਏਗਾ, ਅਤੇ ਉਸ ਦੇ ਪਰਸਿਸਟੈਂਟ ਐਫਰਟਸ ਹੋਣਗੇ, ਯਾਨੀ ਕਿ ਉਹ ਲਗਾਤਾਰ ਯਤਨਸ਼ੀਲ ਰਹੇਗਾ ਆਪਣੇ ਕੰਮ ਦੇ ਵਿੱਚ, ਆਪਣੇ ਵਿਵਹਾਰ ਦੇ ਵਿੱਚ, ਆਪਣੇ ਲਾਈਫ ਦੇ ਹਰ ਖੇਤਰ ਦੇ ਵਿੱਚ। ਤਾਂ ਹੀ ਅਸੀਂ ਬਿਹੇਵੀਅਰ ਨੂੰ ਇੱਕ ਸਕਿੱਲ ਦਾ ਦਰਜਾ ਕਹਿੰਦੇ ਹਾਂ ਵੀ ਬਿਹੇਵੀਅਰ ਵੀ ਇੱਕ ਸਕਿੱਲ ਹੈ, ਇੱਕ ਹੁਨਰ ਹੈ। ਹੁਣ ਅਸੀਂ ਟਾਈਪਸ ਆਫ ਬਿਹੇਵੀਅਰ ਦੀ ਗੱਲ ਕਰੀਏ ਤਾਂ ਟਾਈਪਸ ਆਫ ਬਿਹੇਵੀਅਰ, a study on human behavior has revealed that 90% of the population can be classified into 4 basic personality types. ਕਹਿੰਦੇ ਨੇ ਕਿ ਜਿਹੜੇ ਟਾਈਪਸ ਆਫ ਬਿਹੇਵੀਅਰ ਨੇ ਉਹ ਮਨੁੱਖ ਦੇ ਜਿਹੜੀ ਇੱਕ ਮਾਨਵ ਵਿਵਹਾਰ ਤੇ ਅਧਿਐਨ ਹੋਇਆ, ਉਹਦੇ ਚ ਖੋਜ ਕਰਨ ਤੇ ਪਤਾ ਲੱਗਾ ਕਿ 90% ਜਿਹੜੀ ਸਾਡੀ ਪੋਪੂਲੇਸ਼ਨ ਹੈ ਉਹਨੂੰ ਅਸੀਂ 4 ਪਰਸਨੈਲਿਟੀ ਟਾਈਪ ਦੇ ਵਿੱਚ ਵੰਡ ਸਕਦੇ ਹਾਂ, ਜਿਸ ਦੇ ਵਿੱਚ ਪਹਿਲਾ ਹੈ ਆਪਟੀਮਿਸਟਿਕ, दूसरा पैसिमिस्टिक, तीसरा ट्रस्टिंग, चौथा एनवियस। ऑप्टिमिस्टिक यानी आशावादी, पैसिमिस्टिक निराशावादी, अते ट्रस्टिंग मीन्स विश्वसनीय, अते एनवियस मीन्स जेलस, ईर्खा वाला। एनवियस जिहड़ा है वो अज दे दौर च सानू ज्यादा देखण नू मिलदा है, क्योंकि मैं ज्यादातर मानव ये व्यवहार रखता है, अपने दुख तो दुखी नहीं हुंदा जिन्ना कि दूसरे दी खुशी तो दुखी हुंदा है। ਤੇ ਐਨਵੀਅਸ ਜਿਹੜੀ ਕੁਆਲਿਟੀ ਹੈ ਉਹ ਜ਼ਿਆਦਾ ਅੱਜ ਕੱਲ੍ਹ ਦੇ ਦੌਰ 'ਚ ਸਾਨੂੰ ਨਜ਼ਰ ਆਉਂਦੀ ਹੈ, ਤੇ ਇਹ ਵਿਵਹਾਰ ਹੀ ਸਾਡੇ ਆਪਣੇ ਇਸ ਤਰ੍ਹਾਂ ਦੀ ਜਿਹੜੀ ਸਾਡੀ ਸੋਚ ਹੈ ਉਹ ਹੀ ਸਾਡੇ ਬਿਹੇਵੀਅਰ ਨੂੰ ਡਿਸਾਈਡ ਕਰਦੀ ਹੈ ਕਿ ਅਸੀਂ ਉਹਦਾ ਗੁਣ ਕਿਸ ਤਰ੍ਹਾਂ ਦਾ ਬਣਾਉਣਾ ਹੈ। ਸੋ ਇਹ ਪਰਸਨੈਲਿਟੀ ਟਾਈਪਸ, we have to be very careful for these personality types. So next is an behavior is an action that is observable. So behavior is observable. It is what we see or hear, such as a student sitting down
standing up, speaking, whispering, yelling, or writing. For example, a student may show anger by making faces, yelling, crossing his arms, and turning away from the teacher. व्यवहार कहते ने एक एक्शन है, यानी साडा एक कर्म है ਜਿਹੜਾ ਕਿ ऑब्जर्वेबल है ते ਉਹ ਮਾਪ ਵੀ ਸਕਦੇ ਹਾਂ, ਅਸੀਂ ਉਹਨੂੰ ਮੈਜਰ ਕਰ ਸਕਦੇ ਹਾਂ। ਸੋ ऑब्जर्वेबल ਹੋਣ ਦੇ ਕਾਰਨ ਜਿਹੜਾ ਬਿਹੇਵੀਅਰ ਹੈ, ਜੇ ਅਸੀਂ ਦੇਖੀਏ ਤਾਂ ਅਸੀਂ ਦੇਖ ਸਕਦੇ ਹਾਂ, ਅਸੀਂ ਸੁਣ ਸਕਦੇ ਹਾਂ। ਜਿਸ ਤਰ੍ਹਾਂ ਕਿ ਇੱਕ ਸਟੂਡੈਂਟ ਹੈ, ਉਹ ਬੈਠਾ ਹੈ, ਖੜਾ ਹੈ, या बोल रहा है, विस्पर कर रहा है, हौली हौली बोल रहा है, येलिंग कर रहा है, चिल्ला रहा है, या लिख रहा है। जिस तरह एक एग्जांपल लो ते असी क्लियरली जज कर सकते हैं कि एक स्टूडेंट अपना गुस्सा दिखाता है बाय मेकिंग फेसेस, अपने चेहरे बना के, येलिंग चिल्ला के, या अपने बाहां नूं कस के, क्रॉसिंग हिज आर्म्स एंड जस्ट टर्निंग अवे फ्रॉम द टीचर। वो हो सकता टीचर तो विमुख होके भी गल कर सकता है। इस ਕਰਮ ਜਾਨੀ ਐਕਸ਼ਨ ਸਾਡਾ ਬਿਹੇਵੀਅਰ ਸ਼ੋ ਕਰ ਦਿੰਦੇ ਆ ਕਿ ਅਸੀਂ ਕਿਸ ਰੌ ਵਿੱਚ ਵਗ ਰਹੇ ਆ। ਤੇ ਉਸ ਰੌ ਨੂੰ ਜਦੋਂ ਇੱਕ ਟੀਚਰ ਭਾਂਪ ਲੈਂਦਾ ਹੈ, ਮਾਪ ਲੈਂਦਾ ਹੈ, ਆਬਜ਼ਰਵ ਕਰ ਲੈਂਦਾ ਹੈ, ਤੇ ਉਹ ਬੱਚੇ ਦੇ ਉਸ ਗੁਣ ਨੂੰ ਨਿਖਾਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਕਰਕੇ ਕਹਿੰਦੇ ਨੇ ਕਿ ਬਿਹੇਵੀਅਰ ਜਿੰਨਾ ਅਸੀਂ ਆਪਣੇ ਆਪ ਦਾ ਨਿਖਾਰਾਂਗੇ, ਉਨੇ ਹੀ ਅਸੀਂ ਸਮਾਜ ਵਿੱਚ ਆਪਣੀ ਇੱਕ ਅੱਛੀ ਪਹਿਚਾਨ ਬਣਾਵਾਂਗੇ। So now comes different types of communication behavior. Communication behavior: aggressive, assertive, passive, and passive aggressive. Assertive behavior, first of all, aggression is defined as an unplanned act of anger in which the aggressor intends to hurt someone or something. Assertive is described as the ability to appropriately express one's own wants and feelings. Passive, having adverse feeling and negative attitude. Passive aggressive, people with this behavior express their negative feeling, they avoid their own opinion. ਹੁਣ ਅਸੀਂ aggressive behavior ਦੀ ਗੱਲ ਕਰੀਏ, ਯਾਨੀ ਗੁੱਸੇ ਵਾਲਾ, ਯਾਨੀ ਕ੍ਰੋਧ, ਯਾਨੀ ਆਪਣੇ ਭਾਵਨਾਵਾਂ ਤੇ ਕੰਟਰੋਲ ਨਾ ਹੋਣਾ। Aggression is defined as unplanned act of anger. ਉਹ ਗੁੱਸੇ ਦੀ ਉਹ ਸਥਿਤੀ ਹੈ ਜਿਹੜੀ ਕਿ unplanned ਹੈ, ਯਾਨੀ ਕਿਸੇ ਵੀ ਟਾਈਮ ਸਾਨੂੰ ਕੋਈ ਵੀ ਕਿਸੇ ਵੀ ਗੱਲ ਤੇ ਗੁੱਸਾ ਆ ਸਕਦਾ ਹੈ, ਜਿਸ ਦੇ ਵਿੱਚ ਐਗਰੈਸਰ ਦੀ ਕੀ ਨੀਤੀ ਹੁੰਦੀ ਹੈ ਕਿ ਉਹ ਜਾਂ ਤਾਂ ਅਗਲੇ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਹੈ ਜਾਂ ਉਹਨੂੰ ਕਿਸੇ ਵੀ ਤਰੀਕੇ ਹਰਟ ਕਰਦਾ ਹੈ। ਦੂਸਰੇ ਤਰਫ ਦੇਖੀਏ ਆਪਾਂ ਅਸਰਟਿਵ ਬਿਹੇਵੀਅਰ, ਉਹਨੂੰ ਆਪਾਂ ਇਸ ਤਰ੍ਹਾਂ ਉਹਦਾ ਵਰਣਨ ਕਰ ਸਕਦੇ ਹਾਂ ਕਿ ਉਹ ਐਪਰੋਪਰੀਏਟਲੀ ਆਪਣੇ ਓਨ ਨੂੰ ਐਕਸਪ੍ਰੈਸ ਕਰਦੇ ਹਾਂ ਅਸੀਂ, ਆਪਣੀ ਵਾਂਟਸ, ਆਪਣੀ ਫੀਲਿੰਗਸ। ਯਾਨੀ ਹਰ ਪਰਸਨ ਨੂੰ ਰਾਈਟ ਹੁੰਦਾ ਹੈ ਕਿ ਉਹ ਆਪਣੀ ਫੀਲਿੰਗ, ਆਪਣੇ ਭਾਵ, ਆਪਣਾ ਸਭ ਕੁਝ ਦੂਸਰੇ ਦੇ ਸਾਹਮਣੇ ਰੱਖਣ ਦਾ ਅਧਿਕਾਰ ਰੱਖਦਾ ਹੈ। ਲੇਕਿਨ ਅਸਰਟਿਵ ਜਿਹੜੀ ਭਾਵਨਾ ਰੱਖਦੇ ਨੇ, ਉਹ ਇਸ ਤਰੀਕੇ ਨਾਲ ਆਪਣੇ ਆਪ ਦੇ ਫੀਲਿੰਗਸ ਨੂੰ ਦੂਸਰੇ ਦੇ ਸਾਹਮਣੇ ਰੱਖਦੇ ਆ ਕਿ ਉਹ ਦੂਸਰੇ ਨੂੰ ਕੋਈ ਨੁਕਸਾਨ ਨਾ ਪਹੁੰਚੇ, ਦੂਸਰੇ ਨੂੰ ਕੋਈ ਹਰਟ ਨਾ ਹੋਵੇ, ਆਪਣਾ ਵੀ ਕੰਮ ਹੋ ਜਾਏ। That is the kind of assertive behavior. So comes passive. Passive ਜਿਹੜੇ ਹੁੰਦੇ ਹੈ, ਉਹਨਾਂ ਦੀ adverse feeling ਹੁੰਦੀ ਹੈ, always they think opposite। ਔਰ ਦੂਸਰਾ, ਉਹ ਨੈਗੇਟਿਵ ਹੀ ਐਟੀਟਿਊਡ ਰੱਖਦੇ ਹਨ, ਯਾਨੀ ਕਿ ਇਹ ਕੰਮ ਨਹੀਂ ਹੋ ਸਕਦਾ, ਅਸੀਂ ਨਹੀਂ ਕਰ ਸਕਦੇ, ਇਸ ਤਰ੍ਹਾਂ ਦਾ ਵਿਵਹਾਰ ਉਹ ਅਡਾਪਟ ਕਰ ਲੈਂਦੇ ਨੇ। Then comes passive aggressive. ਇਸ ਤਰ੍ਹਾਂ ਦੇ ਪੀਪਲ ਵੀ ਨੈਗੇਟਿਵ ਫੀਲਿੰਗ ਵਾਲੇ ਤੇ ਹੁੰਦੇ ਹੀ ਹੈ, ਪਰ ਉਹ ਆਪਣੇ ਵਿਚਾਰ ਸ਼ੇਅਰ ਨਹੀਂ ਕਰਦੇ। ਉਹ ਕਹਿੰਦੇ ਠੀਕ ਹੈ, ਜੈਸੇ ਹੈ, I am accepted to it, ਮੈਂ ਉਹਨੂੰ ਐਕਸੈਪਟ ਕਰਦਾ ਹਾਂ। ਤੇ ਉਹ ਕਹਿੰਦਾ ਹੈ ਕਿ ਇਹਦੇ ਵਿੱਚ ਪਰਸਨ ਡਾਇਰੈਕਟਲੀ ਇਨਵੋਲਵ ਨਹੀਂ ਹੁੰਦਾ, ਉਹ ਦੂਸਰੇ ਤੇ ਹਮੇਸ਼ਾ ਆਪਣਾ ਕੰਮ ਸੁੱਟ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ, ਦੂਸਰੇ ਦੇ ਥਰੂ ਆਪਣੇ ਕੰਮ ਨੂੰ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ। So that is his passive aggressive feeling. Now we can see next things that shape your behavior. ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਸਾਡੇ ਵਿਵਹਾਰ ਨੂੰ ਇੱਕ ਆਕਾਰ ਦਿੰਦੀਆਂ ਨੇ, ਜਾਂ ਕਹਿ ਲਓ ਅਸੀਂ ਆਪਣੇ ਵਿਵਹਾਰ ਨੂੰ ਬਿਹਤਰ ਬਣਾਉਂਦੇ ਹਾਂ। ਇਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ, these can include physical health, mental health, family structure, relationship with others, work on school environment, societal or socio-economic factors, individual trials. ਕਹਿਣ ਦਾ ਭਾਵ ਹੈ ਜਿੱਦਾਂ ਫਿਜ਼ੀਕਲ ਹੈਲਥ, ਯਾਨੀ ਕਿ ਫਿਜ਼ੀਕਲ ਹੈਲਥ ਯਾਨੀ ਆਪਣੇ शारीरिक तौर पे फिट होना। जिस तरह सबने सुनिया ही है कि स्वस्थ शरीर में ही स्वस्थ मस्तिष्क का निवास होता है, यानी कि अगर अपनी बॉडी फिट है तो हमारा दिमाग भी स्वस्थ रहेगा।
और अगर दिमाग स्वस्थ है तो हम व्यवहार सही करेंगे और अच्छा करेंगे। सेकंड, मेंटल हेल्थ यानी मानसिक स्थिति यदि व्यक्ति की सही है तो वो सही तौर पे व्यवहार की ओर बढ़ेगा। आपका फैमिली स्ट्रक्चर कैसा है, आपके फैमिली में किस तरह का माहौल है, अच्छा है, बुरा है, या कुछ वैल्यूज हैं, नॉर्म्स हैं, किस चीज पर आपको ज्यादा जोर देकर सिखाया जाता है, वो बातें भी हमारे व्यवहार पर काफी असर डालती हैं। और दूसरा है हमारे दूसरों के साथ संबंध कैसे हैं, रिलेशनशिप विद अदर्स, हम किस तरीके के लिंक्स डेवलप करते हैं, अगला पर्सन जिसके साथ हमारे लिंक हैं वो कैसा है। वर्क और स्कूल एनवायरनमेंट जो है, यानी कि हमारा वर्क प्लेस, जहाँ जिथे ਅਸੀਂ ਕੰਮ ਕਰਦੇ ਆ ਜਾਂ ਜਿੱਥੇ ਅਸੀਂ ਸਕੂਲ ਜਾਂਦੇ ਆ, ਸਕੂਲ ਜਾਂਦੇ ਆ ਉੱਥੇ ਵੀ ਸਾਡਾ ਕੀ ਮਾਹੌਲ ਹੈ, ਸਕੂਲੋਂ ਅਸੀਂ ਕੀ ਸਿੱਖਦੇ ਆ, ਵਰਕ ਪਲੇਸ ਤੇ ਸਾਡਾ ਕੀ ਮਾਹੌਲ ਹੈ, ਅਸੀਂ ਆਪ ਕਿਵੇਂ ਵਿਚਰਦੇ ਆ ਜਾਂ ਅਗਲਾ ਕਿਵੇਂ ਸਾਡੇ ਨਾਲ ਵਿਚਰਦਾ ਹੈ, ਇਹ ਸਾਰੀਆਂ ਗੱਲਾਂ ਸਾਡੇ ਬਿਹੇਵੀਅਰ ਨੂੰ ਇੱਕ ਸ਼ੇਪ ਦਿੰਦੀਆਂ ਨੇ। ਸੋਸ਼ੀਓ ਔਰ ਸੋਸ਼ੀਓ ਇਕਨੋਮਿਕ ਫੈਕਟਰਸ ਵੀ, ਜਿਸ ਤਰ੍ਹਾਂ ਸਮਾਜ ਦੇ ਵਿੱਚ ਤੇ ਨੈਚੁਰਲੀ ਬਿਹੇਵੀਅਰ ਸਾਡਾ ਬਹੁਤ ਵੱਡਾ ਮੈਨਾ, ਬਹੁਤ ਵੱਡਾ ਰੋਲ ਪਲੇ ਕਰਦਾ ਹੈ, ਤੇ ਅਸੀਂ ਆਪਣੇ ਐਕਸਕਿਊਜ਼ ਮੀ, ਮੈਂ ਥੋੜਾ ਅਸੀਂ ਆਪਣੇ ਸਕੂਲ ਔਰ ਸਮਾਜ ਵਿੱਚ ਵੀ ਕਾਫੀ ਕੁਝ ਸਿੱਖਦੇ ਹਾਂ, ਤੇ ਜਿਹੜੇ ਸਮਾਜ ਦੇ ਆਰਥਿਕ ਤੱਤ ਨੇ ਉਹ ਵੀ ਸਾਡੇ ਬਿਹੇਵੀਅਰ ਤੇ ਕਾਫੀ ਅਸਰ ਪਾਉਂਦੇ ਨੇ। ਨੈਕਸਟ ਹੈ ਇੰਡੀਵਿਜੂਅਲ ਟਰਾਇਲਸ, ਯਾਨੀ ਕਿ ਬੰਦੇ ਦੇ ਪਰਸਨਲ ਵੀ ਕੁਝ ਖੱਟੇ ਮਿੱਠੇ ਅਨੁਭਵ ਹੁੰਦੇ ਨੇ, ਜਾਂ ਕਹਿ ਲਓ ਉਤਾਰ ਚੜਾਵ ਜ਼ਿੰਦਗੀ ਦੇ ਹੁੰਦੇ ਨੇ, ਜਿਹਦੇ ਵਿੱਚ ਵੀ ਉਹ ਆਪਣੇ ਵਿਵਹਾਰ ਨੂੰ ਇੱਕ ਸ਼ੇਪ ਦੇਣਾ ਸਿੱਖ ਜਾਂਦਾ ਹੈ, ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਸਮਾਜ ਵਿੱਚ ਕਿਵੇਂ ਰਹਿਣਾ ਹੈ, ਕਿਵੇਂ ਮੈਂ ਆਪਣਾ ਆਚਰਣ ਰੱਖਣਾ ਹੈ। Now next we comes to behavioral skills that students need to succeed. ਹੁਣ ਕੁਝ ਵਿਵਹਾਰਿਕ ਸਕਿੱਲ ਜਿਹੜੇ ਕਿ ਸਿੱਖਿਆਰਥੀਆਂ ਲਈ ਜ਼ਰੂਰੀ ਹਨ, ਜਿਸ ਦੇ ਕਰਕੇ ਉਹ ਗਰੋ ਕਰਨਗੇ, ਆਪਣਾ ਵਿਕਾਸ ਕਰਨਗੇ, ਉਹਨਾਂ ਲਈ ਬਹੁਤ ਜ਼ਰੂਰੀ ਗੱਲਾਂ ਹੋ ਜਾਂਦੀਆਂ ਨੇ। Listen to others, follow the steps, follow the rules, ignore distractions, ask for help, take turns when you talk, get along with others, stay calm with others. So these are some of the techniques that students should adopt to maintain their behavior, to move on with properly with their career. Means ਆਪਣੇ ਦੂਸਰਿਆਂ ਨੂੰ ਸੁਣਨ ਦੀ ਕਾਬਲੀਅਤ ਰੱਖਣ ਸਿੱਖਿਆਰਥੀ, ਤੇ ਜਿਹੜੇ ਸਟੈਪਸ ਉਹਨਾਂ ਨੂੰ ਦੱਸੇ ਜਾਂਦੇ ਨੇ ਕਿ ਤੁਸੀਂ ਕਿਸ ਤਰ੍ਹਾਂ ਲਾਈਫ ਦੇ ਵਿੱਚ ਚੱਲਣਾ ਹੈ, ਉਹਨਾਂ ਸਟੈਪਸ ਨੂੰ ਫੋਲੋ ਕਰਨ, ਜਿਹੜੇ ਨਿਯਮ ਉਹਨਾਂ ਨੂੰ ਦਿੱਤੇ ਗਏ ਨੇ ਉਹ ਆਪਣੇ ਨਿਯਮਾਂ ਦਾ ਪਾਲਨ ਕਰਨ, ਡਿਸਟਰੈਕਸ਼ਨਸ ਨੂੰ ਇਗਨੋਰ ਕਰਨ, ਯਾਨੀ ਕਿ ਡਿਸਟਰੈਕਸ਼ਨਸ ਯਾਨੀ ਜਿਹੜਾ ਉਹਨਾਂ ਦਾ ਧਿਆਨ ਵੰਡੇ ਜਾਂ ਉਹਨਾਂ ਨੂੰ ਆਪਣੇ ਕੈਰੀਅਰ ਗੋਲ ਤੋਂ ਦੂਰ ਜਿਹੜਾ ਕੁਝ ਵੀ ਲੈ ਕੇ ਜਾਏ, ਉਸ ਚੀਜ਼ ਨੂੰ ਸਿੱਖਿਆਰਥੀਆਂ ਨੂੰ ਅਵੋਇਡ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਕਿ ਅੱਜ ਕੱਲ ਦੇ ਦੌਰ 'ਚ ਆਪਾਂ ਦੇਖਦੇ ਹਾਂ ਕਿ ਸਮਾਰਟਫੋਨਸ ਹੋ ਗਏ ਜਾਂ so many apps going on over smartphones, ਜਿਸ ਤਰ੍ਹਾਂ Instagram, Facebook, so many that are disturbing the students' concentration, I can say. ਸਿੱਖਿਆਰਥੀਆਂ ਦਾ ਉਹ ਧਿਆਨ ਭੰਗ ਕਰਦੀ ਹੈ, ਬੱਚੇ ਆਪਣੇ ਗੋਲ ਤੋਂ ਦੂਰ ਹੁੰਦੇ ਜਾਂਦੇ ਹੈ, ਤੇ ਉਹਨਾਂ ਨੂੰ ਦੂਸਰੇ ਦੀ ਮਦਦ ਦਾ ਸਹਾਰਾ ਲੈਣਾ ਵੀ ਚਾਹੀਦਾ ਹੈ ਤਾਂ ਕਿ ਉਹ ਆਪਣੇ ਗੋਲ ਨੂੰ ਅਚੀਵ ਕਰਨ, ਸਟੈਪ ਬਾਈ ਸਟੈਪ ਪ੍ਰੋਪਰਲੀ ਚੱਲ ਸਕਣ। ਜਦੋਂ ਉਹ ਗੱਲ ਕਰਦੇ ਨੇ ਉਹਨਾਂ ਨੂੰ ਆਪਣੀ ਟਾਕ ਦੇ ਲਈ ਆਪਣੀ ਟਰਨ ਦੀ ਵੇਟ ਕਰਨੀ ਚਾਹੀਦੀ ਹੈ, ਉਹਨਾਂ ਨੂੰ ਹਰੀ ਬਰੀ 'ਚ ਗੱਲ ਨਹੀਂ ਕਰਨੀ ਚਾਹੀਦੀ, ਦੂਸਰਿਆਂ ਦੇ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ ਤੇ ਆਪਣੇ ਦੂਸਰਿਆਂ ਦੇ ਨਾਲ ਕਾਮ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਗੋਲ ਦੇ ਵਿੱਚ ਸਫਲਤਾ ਪ੍ਰਾਪਤ ਕਰ ਸਕਣ। ਨੈਕਸਟ, ਨਾਓ ਵੀ ਟਾਕ ਅਬਾਊਟ ਪ੍ਰੋਬਲਮ ਸੋਲਵਿੰਗ ਸਕਿੱਲਸ, ਯਾਨੀ ਪ੍ਰੋਬਲਮ, we have so many problems in our day-to-day life. Problem has an unknown element in which proper management, good judgment, and luck plays the important role. Sometimes the problem is not properly recognized and nor we do efforts to solve it. So it is truly said, a problem shared is a problem halved. Means कि साडे जिंदगी च बहुत सारियां प्रॉब्लम्स ने, ਪ੍ਰੋਬਲਮਸ ਵੀ ਸਾਡੇ ਵਿਵਹਾਰ ਨੂੰ ਸ਼ੇਪ ਦਿੰਦੀਆਂ ਨੇ। ਪ੍ਰੋਬਲਮਸ ਦੇ ਥਰੂ ਆਪਾਂ ਕਈ ਵਾਰ ਬਹੁਤ ਚਿੜਚਿੜੇ ਹੋ ਜਾਂਦੇ ਆ, ਬਹੁਤ ਬੁਰੇ ਬਣ ਜਾਂਦੇ ਆ। ਕਹਿੰਦੇ ਨਾ ਕਿ ਪ੍ਰੋਬਲਮ ਦੇ ਵਿੱਚ ਇੱਕ ਅਨਨੋਨ ਐਲੀਮੈਂਟ ਹੁੰਦਾ ਆ, ਯਾਨੀ ਕੁਝ ਪਤਾ ਨਹੀਂ ਹੁੰਦਾ ਕਿੱਥੋਂ ਪ੍ਰੋਬਲਮ ਆ ਜਾਣੀ ਹੈ, ਕਿਸ ਤਰ੍ਹਾਂ ਦੀ ਆ ਜਾਣੀ ਹੈ,
ਜਿਹੜੀ ਕਿ ਵਰਕ ਕਿਸ ਤਰ੍ਹਾਂ ਫਿਰ ਅਸੀਂ ਉਹਦੇ ਵਿੱਚ ਪ੍ਰੋਪਰ ਮੈਨੇਜਮੈਂਟ, ਸਾਡੀ ਗੁੱਡ ਜਜਮੈਂਟ ਤੇ ਸਾਡਾ ਲੱਕ ਉਸ ਟਾਈਮ ਤੇ ਬਹੁਤ ਅਹਿਮ ਰੋਲ ਅਦਾ ਕਰਦਾ ਹੈ ਕਿ ਅਸੀਂ ਪ੍ਰੋਪਰ ਮੈਨੇਜਮੈਂਟ ਦੇ ਥਰੂ, ਗੁੱਡ ਜਜਮੈਂਟ ਦੇ ਥਰੂ, ਬਾਕੀ ਕਿਸਮਤ ਜਦੋਂ ਸਾਡੀ ਸਾਥ ਦਿੰਦੀ ਹੈ ਅਸੀਂ ਬਹੁਤ ਅੱਛਾ ਪਲੇ ਕਰ ਜਾਂਦੇ ਹਾਂ। ਤੋ ਕੁਝ ਆਈਟਮਸ ਹੁੰਦੀਆਂ ਨੇ ਜਿਹੜੀਆਂ ਕਿ ਪ੍ਰੋਬਲਮ ਜਿਹੜਾ ਪ੍ਰੋਪਰਲੀ ਅਸੀਂ ਰੈਕਗਨਾਈਜ਼ ਨਹੀਂ ਕਰਦੇ, ਕਈ ਸਮਾਂ ਤੇ ਏਦਾਂ ਹੁੰਦਾ ਆ ਅਸੀਂ ਕੋਈ ਪ੍ਰੋਬਲਮ ਨੂੰ ਅੰਡਰਸਟੈਂਡ ਨਹੀਂ ਕਰ ਪਾਉਂਦੇ, ਨਾ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹ ਪ੍ਰੋਬਲਮ ਵੀ ਸਾਡੇ ਲਈ ਇੱਕ ਕਹਿ ਲੋ ਕਿ ਬੜੀ ਅਜੀਬ ਸਥਿਤੀ ਪੈਦਾ ਕਰ ਦਿੰਦੀ ਹੈ। ਤਾਂ ਹੀ ਸੱਚਾਈ ਕੀ ਗਈ ਹੈ ਕਿ ਪ੍ਰੋਬਲਮ ਸ਼ੇਅਰਡ ਇਜ਼ ਅ ਪ੍ਰੋਬਲਮ ਹਾਲਡ। ਪ੍ਰੋਬਲਮ ਨੂੰ ਜਦੋਂ ਅਸੀਂ ਦੂਸਰੇ ਦੇ ਨਾਲ ਸ਼ੇਅਰ ਕਰਦੇ ਆ ਤੇ ਉਹ ਸ਼ੇਅਰਿੰਗ ਨਾਲ ਹੀ ਵੈਸੇ ਹੀ ਅੱਧੀ ਹੋ ਜਾਂਦੀ ਹੈ, ਕਿਉਂਕਿ ਕਿਹਾ ਗਿਆ ਹੈ ਕਿ ਜਦੋਂ ਆਪਾਂ ਦੂਸਰੇ ਨਾਲ ਦੁੱਖ ਦਰਦ ਸ਼ੇਅਰ ਕਰਦੇ ਆ, ਕਿਉਂਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ, ਜਦ ਤੱਕ ਉਹ ਆਪਣੇ ਭਾਵ ਦੂਸਰੇ ਨਾਲ ਸ਼ੇਅਰ ਨਹੀਂ ਕਰੇਗਾ ਸਮਾਜ ਦੇ ਵਿੱਚ ਉਹ ਵਿਚਰ ਨਹੀਂ ਸਕਦਾ, ਆਪਣੇ ਆਪ ਦੀ ਪ੍ਰੋਗਰੈਸ ਨਹੀਂ ਕਰ ਸਕਦਾ। ਸੋ ਪ੍ਰੋਬਲਮ ਜਿਹੜੀ ਹੈਗੀ ਹੈ ਉਹਨੂੰ ਸ਼ੇਅਰ ਕਰਨੀ ਚਾਹੀਦੀ ਹੈ। ਕੁਝ ਸਟੇजेस ਹੁੰਦੀਆਂ ਨੇ ਪ੍ਰੋਬਲਮ ਦੀਆਂ, ਜਿਵੇਂ ਕਿ ਆਪਾਂ ਗੱਲ ਕਰੀਏ ਸਟੇजेस ਆਫ ਪ੍ਰੋਬਲਮਸ ਸੋਲਵਿੰਗ। Problem identification, structuring the problems, looking for possible solutions, making a decision, implementation, monitoring, or seeking feedback. ਇਹ ਸਟੇजेस ਨੇ ਪ੍ਰੋਬਲਮਸ ਦੀਆਂ ਜਿਹੜੀਆਂ ਆਪਾਂ ਕੀ ਸਭ ਤੋਂ ਪਹਿਲਾ ਸਾਡਾ ਸਟੈਪ ਹੁੰਦਾ ਹੈ ਪ੍ਰੋਬਲਮ ਨੂੰ ਆਈਡੈਂਟੀਫਾਈ ਕਰਨਾ ਕਿ ਜਿਹੜਾ ਵੀ ਅਸੀਂ ਕੰਮ ਜਾਂ ਟਾਸਕ ਕਰ ਰਹੇ ਸੀ ਉਹਦੇ ਵਿੱਚ ਪ੍ਰੋਬਲਮ ਆਈ ਹੈ, ਕਿਉਂ ਆਈ, ਕਿੱਥੋਂ ਆਈ, ਉਹਨੂੰ ਅਸੀਂ ਪਹਿਚਾਣੀਏ। then structuring the problem, ਮਤਲਬ ਕਿ ਜੇ ਪ੍ਰੋਬਲਮ ਸਾਡੀ ਕੰਪਲੈਕਸ ਹੈ ਜਾਂ ਸਧਾਰਨ ਹੈ ਉਹਦੇ ਤੇ ਅਸੀਂ ਜ਼ਿਆਦਾ ਘੋਖਣਾ ਪੈਂਦਾ ਹੈ, ਸਾਨੂੰ ਜ਼ਿਆਦਾ ਧਿਆਨ ਨਾਲ ਸਾਨੂੰ ਉਹਦੇ ਤੇ ਵਰਕਆਊਟ ਕਰਨਾ ਪੈਂਦਾ ਹੈ ਕਿ ਅਸੀਂ ਪ੍ਰੋਬਲਮ ਨੂੰ ਸਟਰਕਚਰ ਕਰੀਏ। ਫਿਰ ਲੁਕਿੰਗ ਫॉर ਪੋਸੀਬਲ ਸੋਲਿਊਸ਼ਨਸ, ਫਿਰ ਅਸੀਂ ਉਹਦੇ ਸੰਭਾਵਿਤ ਹੱਲਾਂ ਤੇ ਵੱਲ ਧਿਆਨ ਦਿੰਦੇ ਹਾਂ ਕਿ ਇਹਦਾ ਸੰਭਾਵਿਤ ਹੱਲ ਕੀ ਹੋ ਸਕਦਾ ਹੈ, ਜਾਂ ਅਸੀਂ ਕਈ ਵਾਰ ਗਰੁੱਪ 'ਚ ਡਿਸਕਸ ਕਰਕੇ ਉਹਦਾ ਹੱਲ ਕੱਢ ਲੈਂਦੇ ਹਾਂ ਜਾਂ ਕਿਸੇ ਆਪਣੇ ਇੱਕ ਖਾਸ ਵਿਅਕਤੀ ਮਿੱਤਰ ਦੇ ਨਾਲ ਕਰਕੇ ਵੀ ਉਸਦਾ ਹੱਲ ਕੱਢ ਲੈਂਦੇ ਆ। ਫਿਰ ਮੇਕਿੰਗ ਅ ਡਿਸੀਜਨ, ਤੇ ਆਪਾਂ ਆਪਣਾ ਓਨ ਡਿਸੀਜਨ ਲੈਂਦੇ ਆ। ਫਿਰ ਉਹਨੂੰ ਅਸੀਂ ਕੋਈ ਵੀ ਸਕੂਲ ਹੈ ਜਾਂ ਫਰਮ ਹੈ ਕਿਤੇ ਵੀ ਪ੍ਰੋਬਲਮ ਨਾ ਕ੍ਰੀਏਟ ਹੋਏ, ਅਸੀਂ ਕੁਝ ਇਦਾਂ ਦੇ ਨੋਰਮਸ, ਇਦਾਂ ਦੇ ਵੈਲਿਊਜ਼, ਡਿਸਪਲਿਨਰੀ ਕੁਝ ਆਪਣੇ ਆਪਾਂ ਸਟ੍ਰੈਟਜੀਜ਼ ਰੱਖਦੇ ਆ ਕਿ ਜਿਹੜੀ ਕਿ ਸਾਡੇ ਫਰਮ ਨੂੰ ਪ੍ਰੋਪਰਲੀ ਵਰਕਆਊਟ ਹੋਣ ਤੇ ਸਾਡੀ ਹੈਲਪ ਕਰੇ। ਤੇ ਅਸੀਂ ਉਹਦੇ ਟਾਈਮ ਟੂ ਟਾਈਮ ਮੋਨੀਟਰਿੰਗ ਕਰਦੇ ਆ, ਅਸੀਂ ਖੋਜ ਕਰਦੇ ਆ ਕਿ ਕਿਤੇ ਕਿਸੇ ਪਾਸੇ ਕਿਸੇ ਵੀ ਡਿਪਾਰਟਮੈਂਟ ਦੇ ਕਿਸੇ ਵੀ ਹਿੱਸੇ 'ਚ ਕੋਈ ਪ੍ਰੋਬਲਮ ਤਾਂ ਨਹੀਂ। ਉਹਨੂੰ ਅਸੀਂ ਫੀਡਬੈਕ ਦੇ ਜ਼ਰੀਏ ਖੋਜਣ ਦੀ ਕੋਸ਼ਿਸ਼ ਕਰਦੇ ਆ। ਜਦੋਂ ਆਪਾਂ ਦੇਖਦੇ ਆ ਕਿ ਫੀਡਬੈਕ ਪੋਜ਼ਿਟਿਵ ਹੈ, that means you are achieving your goal easily, ਯਾਨੀ ਕਿ ਅਸੀਂ ਆਪਣਾ ਗੋਲ ਫਿਰ ਈਜ਼ੀਲੀ ਪ੍ਰਾਪਤ ਕਰ ਸਕਦੇ ਹਾਂ ਜੇ ਸਾਡੀ ਪ੍ਰੋਬਲਮਸ ਦੀ ਫੀਡਬੈਕ ਪੋਜ਼ਿਟਿਵ ਹੁੰਦੀ ਹੈ। Now comes 6 safe and effective behavior management strategies for remaining calm and professional during challenging situations. Be mindful of your own reaction, maintain rational detachment, be attentive, use positive self-talk, recognize your limits, be brief. ਕਹਿਣ ਦਾ ਭਾਵ ਹੈ ਕਿ ਕੁਝ 6 ਸਾਨੂੰ ਤੱਥ ਦੱਸੇ ਨੇ ਜਿਹੜੇ ਬਿਹੇਵੀਅਰ ਮੈਨੇਜਮੈਂਟ ਦੇ ਮਾਨਕ ਨੇ। ਆਪਾਂ ਆਪਣੇ ਆਪ ਨੂੰ ਕਿਸ ਤਰ੍ਹਾਂ ਕਾਮ ਅਤੇ ਪ੍ਰੋਫੈਸ਼ਨਲ ਚੈਲੰਜਸ ਦੇ ਵਿੱਚ ਰੱਖ ਸਕਦੇ ਹਾਂ। ਜਿੱਦਾਂ ਸਾਡੇ ਕੋਲ ਕੋਈ ਚੈਲੰਜਿੰਗ ਸਿਚੁਏਸ਼ਨਸ ਆ ਗਈਆਂ ਤੇ ਆਪਾਂ ਉਸ ਤਰ੍ਹਾਂ ਉਸ ਦੇ ਵਿੱਚ ਆਪਣੇ ਆਪ ਨੂੰ ਕਿਸ ਤਰ੍ਹਾਂ ਮੇਨਟੇਨ ਰੱਖਣਾ ਹੈ, ਯਾਨੀ ਕਿ ਸਭ ਤੋਂ ਪਹਿਲਾਂ ਆਪਾਂ ਆਪਣੇ ਰਿਐਕਸ਼ਨਸ ਦੇ ਲਈ ਮਾਈਂਡਫੁਲ ਰਵਾਂਗੇ, ਯਾਨੀ ਕੰਟਰੋਲ ਯੋਰ ਰਿਐਕਸ਼ਨਸ। Don't be aggressive, don't be passive, or don't be pessimistic like that, ठीक है। ਤੇ rational detachment, ਯਾਨੀ ਕਿ maintain rational detachment, ਯਾਨੀ ਕਿ ਸਾਨੂੰ rational ਰਹਿਣਾ ਪੈਂਦਾ ਹੈ। rational ਯਾਨੀ ਜਿਹੜੀ ਆਪਾਂ ਆਪਣੀ ਸੋਚ ਰੱਖਦੇ ਹਾਂ, ਜਿਹੜੀ reasons ਦੇ ਬੇਸ ਤੇ ਆਪਾਂ ਗੱਲ ਕਰਦੇ ਹਾਂ, ਉਹ ਹੁੰਦੀ ਹੈ rational ਸਾਡੀ ਸੋਚ। ਆਪਾਂ reasons ਤੇ ਗੱਲ ਕਰੀਏ ਤਾਂ ਦੂਸਰਿਆਂ ਦੇ ਪ੍ਰਭਾਵ ਵਿੱਚ ਨਾ ਆਈਏ। detachment, ਆਪਣੇ ਆਪ ਨੂੰ ਅਲੱਗ ਰੱਖੀਏ, ਦੂਸਰੇ ਲੋਕਾਂ ਦੇ ਪ੍ਰਭਾਵ ਚ ਆ ਕੇ ਨਾ ਗੱਲ ਕਰੀਏ। ਸੋ ਵੀ ਹੈਵ ਟੂ ਮੇਨਟੇਨ ਦਿਸ ਲੈਵਲ। ਜਦੋਂ ਆਪਾਂ ਇਹ ਮੇਨਟੇਨ ਰੱਖਦੇ ਆ ਤੇ ਆਪਾਂ ਆਪਣੇ ਆਪ ਨੂੰ ਬਹੁਤ ਅੱਗੇ ਲੈ ਜਾਂਦੇ ਆ। ਬੀ ਅਟੈਂਟਿਵ, ਹਰ ਚੀਜ਼, ਹਰ ਜਿਹੜਾ ਵੀ ਤੁਹਾਡੇ ਵਿੱਚ ਕਾਰਜ ਵਿੱਚ ਤੋਂ ਜੋ ਵੀ ਕੋਈ ਰੁਕਾਵਟ ਆ ਰਹੀ ਹੈ ਜਾਂ ਕੋਈ ਸਹੀ ਚੱਲ ਰਿਹਾ ਹੈ, ਉਤਾਰ ਹੈ, ਚੜਾਓ ਹੈ, ਹਰ ਚੀਜ਼ ਦੇ ਲਈ ਆਪਾਂ ਨੂੰ ਅਟੈਂਟਿਵ ਰਹਿਣਾ ਚਾਹੀਦਾ ਆ।
की रीसेंट आ गया, की पास्ट है, वी शुड बी केयरफुल अबाउट दैट। और पॉजिटिव सैल्फ टॉक बहुत जरूरी है, यानी अपने आप दे ਲਈ ਅਸੀਂ सकारात्मक सोच ਨੂੰ डेवलप करिए। अपने आप सकार मैं ये कर सकदा हां, मैं ये बहुत अच्छे तरीके नाल कर सकदा हां। अपने आप भी पॉजिटिव करो, अज दिन बहुत वधिया रहा, कल नूं भी बहुत अच्छा जाएगा। ਜਦੋਂ ਅਸੀਂ पॉजिटिव सोच लैके चलते हैं, ਅਸੀਂ अपने आप दे ਲਈ भी अच्छा पैदा करते हैं ते अपने फर्म, अपनी सोसाइटी, अपना स्कूल, एनी वेयर वी आर वर्किंग, जिथे भी ਅਸੀਂ काम कर रहे हैं ਉਹਦੇ ਲਈ भी ਅਸੀਂ बहुत अच्छा रिजल्ट दिंदे हां। ਤੇ ਆਪਣੀਆਂ ਲਿਮਿਟਸ ਦਾ ਧਿਆਨ ਰੱਖੋ, ਆਪਣੀ ਲਿਮਿਟਸ ਤੋਂ ਬਾਹਰ ਨਾ ਜਾਓ। ਜਦੋਂ ਬੰਦਾ ਆਪਣੀ ਲਿਮਿਟਸ ਦੇ ਵਿੱਚ ਰਹਿ ਕੇ ਕੰਮ ਕਰਦਾ ਹੈ, ਉਹ ਜ਼ਿੰਦਗੀ 'ਚ ਬਹੁਤ ਉਚਾਈਆਂ ਨੂੰ ਹਾਸਿਲ ਕਰਦਾ ਹੈ। ਸਭ ਤੋਂ ਵਧੀਆ ਅਹਿਮ ਗੱਲ ਹੈ ਬੀ ਬਰੀਫ, ਯਾਨੀ ਹਮੇਸ਼ਾ ਸ਼ਾਰਟ 'ਚ ਗੱਲ ਕਰੋ, ਉਚਿਤ ਗੱਲ ਕਰੋ, ਕਿਉਂਕਿ ਕਈ ਵਾਰ ਸਾਡੇ ਮੂੰਹੋਂ ਕੁਝ ਇਸ ਤਰ੍ਹਾਂ ਦੇ ਸ਼ਬਦ ਨਿਕਲ ਜਾਂਦੇ ਨੇ ਕਿ ਅਸੀਂ ਦੂਸਰੇ ਨੂੰ ਹਰਟ ਕਰ ਦਿੰਦੇ ਹਾਂ। ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਨਾ ਕਰੋ, ਜਾਂ ਬਹੁਤੇ ਸ਼ਬਦਾਂ ਦਾ ਇਸਤੇਮਾਲ ਨਾ ਕਰੋ। थोड़े च अपनी गल करो जिथे कि दूसरे नूं भी उचित लगे, तुहाडे लई भी उचित रहे। नाउ वी टॉक अबाउट थिंकिंग स्किल। जिहड़ा थिंकिंग स्किल है, इहदा बिहेवियर ते बहुत वड्डा असर हुंदा है। थिंकिंग स्किल प्लेज वेरी इंपॉर्टेंट रोल इन लाइफ। It comes with good education. If we improve our thinking skill, we find success in our learning process. Thinking process is on its way to reach an unidentifiable destination. Let's first check our destination, plan to reach the destination, and organize our thought to make it concrete and within our reach so that we should work properly. Now we talk a skill ਜਿਹੜਾ ਹੈਗਾ thinking skill। thinking ਵੀ ਇੱਕ ਗੁਣ ਹੈ, ਹੁਨਰ ਹੈ, ਜਿਹੜਾ ਕਿ ਬੰਦੇ ਦੇ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਇਹ ਕਿਸ ਤਰ੍ਹਾਂ ਆਉਂਦੀ ਹੈ ਥਿੰਕਿੰਗ ਸਕਿੱਲ? ਸਾਡੀ ਗੁੱਡ ਐਜੂਕੇਸ਼ਨ ਦੇ ਨਾਲ ਆਉਂਦੀ ਹੈ। ਜਿਵੇਂ ਆਪਾਂ ਸਕੂਲਾਂ ਦੇ ਵਿੱਚ ਪੜ੍ਹਦੇ ਸੀ, ਸਾਨੂੰ ਤਰ੍ਹਾਂ ਤਰ੍ਹਾਂ ਦੇ ਟਾਸਕ, ਤਰ੍ਹਾਂ ਤਰ੍ਹਾਂ ਦੀਆਂ ਐਕਸਰਸਾਈਜ਼ਸ ਸੋਲਵ ਆਊਟ ਕਰਨ ਨੂੰ ਦਿੰਦੀਆਂ ਸੀ, ਜਿਹਦੇ ਵਿੱਚ ਸਾਡੀ ਸੋਚਣ ਸ਼ਕਤੀ ਦਾ ਇਸਤੇਮਾਲ ਹੁੰਦਾ ਸੀ। ਤੇ ਉਹ ਸੋਚਣ ਸ਼ਕਤੀ ਜਦੋਂ ਅਸੀਂ ਇੰਪਰੂਵ ਕਰ ਲੈਂਦੇ ਹਾਂ, ਅਸੀਂ ਲਰਨਿੰਗ ਪ੍ਰੋਸੈਸ ਵਿੱਚ ਸਫਲਤਾ ਪ੍ਰਾਪਤ ਕਰਦੇ ਹਾਂ। ਨੈਕਸਟ ਵੀ ਟਾਕ ਕਿ ਜਿਹੜਾ ਸਾਡਾ ਪ੍ਰੋਸੈਸ ਹੈ ਥਿੰਕਿੰਗ ਦਾ, ਉਹ ਅੱਜ ਕੱਲ ਅਨਆਈਡੈਂਟੀਫੀਏਬਲ ਡੈਸਟੀਨੇਸ਼ਨ ਵੱਲ ਵੱਧ ਰਿਹਾ ਹੈ। ਯਾਨੀ ਕੋਈ ਡੈਸਟੀਨੇਸ਼ਨ, ਯਾਨੀ ਕੋਈ ਉਹ ਅਸੀਂ, ਸਾਡਾ ਦਿਮਾਗ ਘੁੰਮਦਾ ਹੈ ਕਿ ਅਸੀਂ ਬਹੁਤ ਉੱਚੀਆਂ ਸੋਚਾਂ ਰੱਖਦੇ ਹਾਂ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਹ ਵੀ ਹਾਸਲ ਕਰ ਲਈਏ, ਉਹ ਵੀ ਹਾਸਲ ਕਰ ਲਈਏ। ਹੋ ਸਕਦਾ ਕਿ ਉਹ ਸਾਡੀ ਰੀਚ ਵਿੱਚ ਨਾ ਹੋਵੇ, ਤੇ ਅਸੀਂ ਇਸ ਤਰ੍ਹਾਂ ਦੇ ਡੈਸਟੀਨੇਸ਼ਨ ਦੀ ओर ਸਾਡੀ ਸੋਚ ਅੱਜ ਕੱਲ ਵੱਧ ਰਹੀ ਹੈ। ਇਸ ਕਰਕੇ ਕਹਿੰਦੇ ਆ ਫਸਟ ਚੈੱਕ ਯੋਰ ਡੈਸਟੀਨੇਸ਼ਨ। ਪਹਿਲਾਂ ਆਪਣਾ ਡੈਸਟੀਨੇਸ਼ਨ ਚੈੱਕ ਕਰੋ, ਆਪਣਾ ਜਿਹੜਾ ਤੁਹਾਡਾ ਗੋਲ ਹੈ, ਕਿੱਥੇ ਤੁਸੀਂ ਜਾਣਾ ਹੈ, ਤੇ ਉਸ ਡੈਸਟੀਨੇਸ਼ਨ ਤੇ ਪਹੁੰਚਣ ਦੀ ਪਲੈਨਿੰਗ ਕਰੋ ਕਿ ਕਿਸ ਤਰ੍ਹਾਂ ਅਸੀਂ ਉੱਥੇ ਤੱਕ ਪਹੁੰਚ ਸਕਦੇ ਹਾਂ। ਫਿਰ ਆਪਣੇ ਥਾਟਸ ਨੂੰ ਆਰਗੇਨਾਈਜ਼ ਕਰੋ, ਆਪਣੀ ਸੋਚ ਨੂੰ ਇਸ ਤਰ੍ਹਾਂ ਦਾ ਬਣਾਓ ਕਿ ਜਿਹੜਾ ਕੰਕਰੀਟ ਹੋਵੇ, ਯਾਨੀ ਵਾਸਤਵਿਕਤਾ ਦੇ ਵਿੱਚ ਅਸੀਂ ਰਹੀਏ, ਵਾਸਤਵਿਕਤਾ ਤੋਂ ਪਰੇ ਨਾ ਜਾਈਏ। ਐਂਡ ਵਰਕ ਵਿਦ ਆਵਰ ਰੀਚ, ਤੇ ਆਪਣੀ ਕੰਮ ਆਪਣੀ ਰੀਚ ਦੇ ਵਿੱਚ ਅਸੀਂ ਉਸ ਨੂੰ ਪ੍ਰਾਪਤ ਕਰੀਏ, ਜੋ ਕਿ ਸਾਡੀ ਪਹੁੰਚ ਹੈ। ਤਾਂ ਹੀ ਅਸੀਂ ਕੋਈ ਵੀ ਕੰਮ ਪ੍ਰੋਪਰਲੀ ਕਰ ਸਕਾਂਗੇ। ਜੇ ਅਸੀਂ ਬਹੁਤ ਉੱਚੇ ਖਿਆਲਾਤ ਰੱਖ ਲਾਂਗੇ, ਅਸੀਂ ਆਪਣੇ ਟਾਸਕ ਨੂੰ ਪ੍ਰੋਪਰਲੀ ਅਚੀਵ ਕਰਨ ਦੇ ਕਾਬਲ ਨਹੀਂ ਰਹਿ ਸਕਾਂਗੇ। So next we more read about thinking skills. So thinking is an act. It is a process to become individual. Its integrity develops an individual into a fine human being. So journey of thinking process starts right from beginning of life to the last breath taken by a human being. In fact, it makes us different from other exist creatures. So it's an act of learning that can be processed and developed and nurtured. Individual grows in each and every moment of his life. Every single past moment in individual's life is a source of learning for him and light for leading the next moment of life. So thinking एक इस तरह दा साडा action है या कर्म है, ਇਹ ਪ੍ਰੋਸੈਸ ਹੈ ਇੱਕ ਇੰਡੀਵਿਜੂਅਲ ਬਣਨ ਦਾ। ਸਾਡੀ ਇੱਕ ਆਪਣੀ ਪਹਿਚਾਨ ਬਣਦੀ ਹੈ ਕਿ ਮੈਂ, ਜਦੋਂ ਅਸੀਂ ਇੱਕ ਬਹੁਤ ਅੱਛੀ ਸੋਚ ਦੇ ਮਾਲਕ ਬਣ ਜਾਂਦੇ ਹਾਂ ਜਾਂ ਅਸੀਂ ਇੱਕ ਬਹੁਤ ਅੱਛੀ ਸੋਚ ਹਾਸਲ ਕਰ ਲੈਂਦੇ ਹਾਂ, ਤੇ ਅਸੀਂ ਇੱਕ ਇੰਡੀਵਿਜੂਅਲ ਦੇ ਤੌਰ ਤੇ ਇੱਕ
अलग व्यक्ति के तौर पर बहुत अच्छे रूप विच विचरदे आ, ਉਹਦੀ इंटीग्रिटी ਜਿਹੜੀ है वो इंडिविजुअल ਨੂੰ एक अच्छे ह्यूमन ਦੇ बीइंग ਦੇ ਵਿੱਚ ਬਣਾ ਦਿੰਦੀ ਹੈ। यानी ਉਹਦਾ ਜਿਹੜਾ ਇੱਕ ਉਹਦੀ ਜਿਹੜੀ ਇੱਕ ਅਲੱਗ ਪਹਿਚਾਨ ਹੈ ਉਹ ਤੁਹਾਨੂੰ ਇੱਕ ਬਹੁਤ ਅੱਛਾ ਹਿਊਮਨ ਬੀਇੰਗ ਡਿਵੈਲਪ ਕਰ ਦਿੰਦੀ ਹੈ। ਤਾਂ ਜਿਹੜਾ ਤੁਹਾਡਾ ਪ੍ਰੋਸੈਸ ਹੈ, ਜਰਨੀ ਜਿਹੜੀ ਹੈ ਸਾਡੀ ਸੋਚਣ ਦੀ, ਉਹ ਬਿਗਨਿੰਗ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਜਦੋਂ ਤੋਂ ਆਪਾਂ ਛੋਟੇ ਹੁੰਦੇ ਆ ਉਦੋਂ ਤੋਂ ਹੀ ਸੋਚਣਾ ਸ਼ੁਰੂ ਕਰ ਦਿੰਦੇ ਆ, ਔਰ ਮਨੁੱਖ ਆਪਣੇ ਲਾਸਟ ਬ੍ਰੈਥ, ਲਾਸਟ ਸਾਹਾਂ ਤੱਕ सोच के ही जीवन बिताता है, सोच के ही वो अगे अपना कदम रखता है। सो इस करके ये जिहड़ी साडी सोचण शक्ति है, परमात्मा ने भी कहा है कि मनुख ही सब तो उच्चा जीव है जिस नूं परमात्मा ने सोचण शक्ति दिती हैगी है, तां ही वो अदर क्रीचर्स तो डिफरेंट बन जांदा है। क्योंकि जिन्ने भी क्रीचर्स साडे धरती ते हैगे ने उस तो असी मनुख प्राणी, मनुख जाति बहुत परे हाँ, बहुत उच्चे हाँ, ते साडी सोच नूं सानू बहुत अच्छा बनाना चाहिए है ताकि साडा व्यवहार भी निखर सके, असी अपने स्किल्स नूं अच्छे प्रॉपरली डेवलप कर सकीए। सो एक्ट ऑफ लर्निंग जिहड़ी हैगी है वो प्रोसैस या प्रक्रिया आ कि जानी कि जिहड़ी सारी उम्र चलती रहनी है, ते डेवलप करते हैं असी ਉਹਨੂੰ ਅਸੀਂ विकास करते रहने ਉਹਦਾ, ਉਹਨੂੰ ਅਸੀਂ ਨਰਚਰ ਕਰਦੇ ਆ, ਯਾਨੀ ਕਿ ਅਸੀਂ ਉਹਦਾ ਪਾਲਣ ਪੋਸ਼ਣ ਕਰਦੇ ਆ। ਯਾਨੀ ਟਾਈਮ ਟੂ ਟਾਈਮ ਵੀ ਐਵਰੀਬਡੀ ਆਪਣੇ ਆਪ ਨੂੰ ਨਿਖਾਰਨ ਦੀ ਕੋਸ਼ਿਸ਼ ਕਰਦਾ ਹੈ। ਤੇ ਜਿਹੜਾ ਇੰਡੀਵਿਜੂਅਲ ਹੈ ਉਹ ਆਪਣੇ ਮੂਮੈਂਟ ਦੇ ਹਰ ਮੂਮੈਂਟ ਤੇ ਆਪਣੇ ਆਪ ਨੂੰ ਵਿਕਸਿਤ ਕਰਦਾ ਹੈ। ਤੇ ਜਿਹੜਾ ਵੀ ਉਹਦਾ ਸ਼ਨ ਲਾਈਫ ਦਾ ਪਾਸ ਹੋ ਗਿਆ ਉਹ ਉਹਦਾ ਸਮਝ ਲਓ ਇੱਕ ਸਿੱਖਿਆ ਦਾ ਦੌਰ ਸੀ। ਉਹਨੂੰ ਹਰ क्षण ਤੋਂ ਸਿੱਖਿਆ ਮਿਲੀ ਤੇ ਉਹ ਸਿੱਖਿਆ ਦੇ ਨਾਲ ਪ੍ਰਕਾਸ਼ ਮਿਲਿਆ। ਉਹਨੂੰ ਕਿਸ ਵਾਸਤੇ ਮਿਲਿਆ? ਪ੍ਰਕਾਸ਼ ਮੀਨਸ he learned from his previous step and that is the light for his next moment of the life। ਤੇ ਉਹ ਸਟੈਪ ਉਹਦਾ ਅਗਲੇ ਮੋਮੈਂਟ ਲਈ ਪ੍ਰਕਾਸ਼ ਦਾ ਕੰਮ ਕਰਦਾ ਹੈ ਕਿ ਉਹ ਅਗਲੇ ਮੋਮੈਂਟ ਬੰਦਾ ਉਸ ਤੋਂ ਲਰਨ ਕਰਦਾ ਹੈ ਕਿ ਅੱਗੇ ਮੈਂ ਹੁਣ ਕਿਸ ਤਰ੍ਹਾਂ ਆਪਣੇ ਜੀਵਨ ਵਿੱਚ ਵਿਚਰਨਾ ਹੈ। ਸੋ ਥਿੰਕਿੰਗ ਇਜ਼ ਅ ਸਕਿੱਲ देयरफॉर। ਹੁਣ ਥਿੰਕਿੰਗ ਨੂੰ ਅਸੀਂ ਹੋਰ ਵਿਸਤਾਰ ਦੇ ਤੌਰ ਤੇ ਦੇਖੀਏ ਤਾਂ ਇਹ ਵੀ ਇੱਕ ਹੁਨਰ ਹੈ, ਗੁਣ ਹੈ। It needs natural and human made environment to grow. It develops each moment. It sparks with positive current and derailed with negative current. So thinking is an individual act, however, completely dependent on surroundings, right from parents, family, society, peers, state, nation, altitude, latitude and academics। ਹੁਣ ਆਪਾਂ ਗੱਲ ਕਰਦੇ ਹਾਂ ਕਿ ਸਕਿੱਲ ਕਿਸ ਤਰ੍ਹਾਂ ਆ। ਇਹ ਸਾਡੀ ਸਕਿੱਲ ਨੂੰ ਚਾਹੀਦਾ ਹੈ ਪ੍ਰਾਕ੍ਰਿਤਿਕ ਅਤੇ ਮੈਨ ਮੇਡ ਵਾਤਾਵਰਣ ਦੋਨੋਂ 'ਚ ਹੀ ਇਹ ਗਰੋ ਕਰਦਾ ਹੈ। ਕੁਛ ਤੇ ਨੈਚੁਰਲ ਸਾਡੇ ਆਪਣੇ ਟੈਕਟਸ ਹੁੰਦੇ, ਆਪਣੇ ਫੀਲਿੰਗਸ ਹੁੰਦੇ, ਆਪਣੀ ਅੰਤਰਾਤਮਾ ਹੁੰਦੀ ਹੈ ਜਿਹੜੀ ਸਾਨੂੰ ਅੱਗੇ ਵਧਾਉਂਦੀ ਹੈ। ਕੁਛ ਆਪਾਂ ਮੈਨ ਮੇਡ ਐਨਵਾਇਰਨਮੈਂਟ ਜਿਹੜਾ ਹੈ ਹਿਊਮਨ ਦੇ ਲਈ ਉੱਥੋਂ ਵੀ ਸਿੱਖ ਕੇ ਅੱਗੇ ਵੱਧਦੇ ਹਾਂ, ਹਰ ਮੋਮੈਂਟ ਵੱਧਦੇ ਹਾਂ। ਔਰ ਜਦੋਂ ਆਪਾਂ ਪੋਜ਼ਿਟਿਵ ਕਰੰਟ ਉਸ ਦੇ ਵਿੱਚ ਪਾਉਂਦੇ ਹਾਂ, ਯਾਨੀ ਕਿ ਆਪਣੇ ਪੋਜ਼ਿਟਿਵ ਵਿਚਾਰ ਜਾਂ ਕਹਿ ਲਓ ਆਪਟੀਮਿਸਟਿਕ ਭਾਵ ਉਹਦੇ ਵਿੱਚ ਭਰਦੇ ਹਾਂ ਤੇ ਉਹ ਸਪਾਰਕ ਕਰਦਾ ਆ, ਮੀਨਸ ਸਾਡੀ ਲਾਈਫ ਚਮਕ ਜਾਂਦੀ ਹੈ। ਐਂਡ ਡੀਰੇਲਡ ਵਿਦ ਨੈਗੇਟਿਵ ਕਰੰਟ, ਜਦੋਂ ਆਪਾਂ ਉਹਦੇ ਨੈਗੇਟਿਵ ਭਾਵਨਾਵਾਂ ਭਰ ਦਈਏ ਜਾਂ ਪੈਸਿਮਿਸਟਿਕ ਵਿਊਜ਼ ਨੂੰ ਜਗ੍ਹਾ ਦੇ ਦਈਏ ਤਾਂ ਸਾਡੀ ਗੱਡੀ ਪਟਰੀ ਤੋਂ ਉਤਰ ਜਾਂਦੀ ਹੈ। ਇਟ ਇਜ਼ ਡੀਰੇਲਡ। ਸੋ ਥਿੰਕਿੰਗ ਇਜ਼ ਐਨ ਇੰਡੀਵਿਜੂਅਲ ਐਕਟ। ਇਹ ਇੱਕ ਇੰਡੀਵਿਜੂਅਲ ਐਕਟ ਹੈ। ਹਰ ਵਿਅਕਤੀ ਆਪਣੀ ਸੋਚ ਨੂੰ ਆਪਣੇ ਢੰਗ ਦੇ ਨਾਲ ਅੱਗੇ ਲੈ ਕੇ ਜਾਣ ਦੇ ਲਈ ਆਜ਼ਾਦ ਹੈ ਔਰ ਕੁਝ ਉਹ ਸਰਾਊਂਡਿੰਗਸ ਤੇ ਵੀ ਡਿਪੈਂਡ ਕਰਦਾ ਹੈ। ਰਾਈਟ ਫਰੋਮ ਪੇਰੈਂਟਸ, ਉਹਦਾ ਉਹ ਸ਼ੁਰੂ ਕਿੱਥੋਂ ਹੋ ਜਾਂਦਾ ਹੈ ਦੌਰ? ਪੇਰੈਂਟਸ ਤੋਂ, ਫੈਮਿਲੀ ਤੋਂ, ਸੁਸਾਇਟੀ ਤੋਂ, ਯਾਨੀ ਕਿ ਆਪਣੇ ਨੋਬਲ ਤੋਂ। ਇਕੁਅਲ ਰਿਸਪੈਕਟ ਜਿਹੜੀ ਉਹਦੀ ਹੁੰਦੀ ਹੈ ਪੀਅਰਸ, ਯਾਨੀ ਨੋਬਲ ਕਿਸ ਤਰ੍ਹਾਂ ਉਹ ਨੋਬਲ ਰਹਿ ਸਕਦਾ ਆ। ਸਟੇਟ, ਨੇਸ਼ਨ, ਆਪਣੇ ਸਟੇਟ ਦੇ ਵਿੱਚ, ਆਪਣੇ ਨੇਸ਼ਨ ਦੇ ਵਿੱਚ। ਐਲਟੀਟਿਊਡ, ਲੈਟੀਟਿਊਡ, ਯਾਨੀ ਕਿ ਐਲਟੀਟਿਊਡ, ਲੈਟੀਟਿਊਡ ਜਿਵੇਂ ਕਿ ਆਪਾਂ ਜੀਓਗ੍ਰਾਫੀ ਪੜ੍ਹਿਆ ਹੈ, ਵਰਟੀਕਲ ਜਿਹੜਾ ਆਪਣਾ ਹਾਈਟ ਹੁੰਦੀ ਹੈ, ਐਲਟੀਟਿਊਡ, ਲੈਟੀਟਿਊਡ, ਯਾਨੀ ਕਿ ਕਿਸੇ ਵੀ ਉਚਾਈਆਂ ਤੱਕ ਅਸੀਂ ਸੋਚ ਨੂੰ ਲੈ ਕੇ ਜਾ ਸਕਦੇ ਹਾਂ ਜਾਂ ਕਿਸੇ ਵੀ ਲੈਟੀਟਿਊਡ ਤੇ ਅਸੀਂ ਉਹਨੂੰ ਲੈ ਕੇ ਆ ਸਕਦੇ ਹਾਂ। ਤੇ ਇਸ ਦਾ ਭਾਵ ਹੈ ਕਿ ਸਾਨੂੰ ਆਪਣੀ ਸੋਚ ਨੂੰ ਸਕਾਰਾਤਮਕ ਰੱਖਣਾ ਹੈ, ਆਪਟੀਮਿਸਟਿਕ ਐਟ ਟੂ ਦਾ ਹਾਈਐਸਟ ਪੀਕ ਵੀ ਕੈਨ ਟੇਕ ਇਟ। ਉਹਨੂੰ ਅਸੀਂ ਹਾਈਐਸਟ ਤੋਂ ਹਾਈਐਸਟ ਪੀਕ ਤੇ ਕਿਸ ਤਰ੍ਹਾਂ ਲੈ ਕੇ ਜਾ ਸਕਦੇ ਹਾਂ, ਆਪਣੇ ਐਕੈਡੈਮਿਕਸ ਨੂੰ ਕਿਸ ਤਰ੍ਹਾਂ ਆਪਾਂ ਨਿਖਾਰ ਸਕਦੇ ਹਾਂ, ਇਹ ਸਾਡੀ ਸੋਚ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਨਾਓ ਇਸ ਦੇ ਲਈ ਸਾਡਾ
नेक्स्ट स्टेप जिहड़ा हुंदा है बिल्डिंग कॉन्फिडेंस, यानी कि कॉन्फिडेंस आल्सो वर्क्स अ वेरी इंपॉर्टेंट रोल in our life, whether it is the part of thinking skill or our behavioral skill. Confidence is main. So self-confidence is a superpower. Once you start believing in yourself, magic starts happening. Confidence, like art, never comes from having all the answers. It comes from being open to all the questions. कहते हैं confidence ਤੁਹਾਡਾ किस तरह बनना है? कॉन्फिडेंस एक सुपर पावर है। जे ਤੁਹਾਡੇ ਕੋਲ है, अपने आप ਤੇ विश्वास करो, ਤੁਸੀਂ ਦੇਖੋ ਕਿ ਮੈਜਿਕ ਹੋਣਾ ਸ਼ੁਰੂ ਹੋ ਜਾਏਗਾ, ਜਾਦੂ ਹੋਏਗਾ ਜਦੋਂ ਅਸੀਂ ਆਪਣੇ ਆਪ ਤੇ ਵਿਸ਼ਵਾਸ ਕਰ ਲਈਏ। ਜਿੱਦਾਂ ਕਿ ਵਿਸ਼ਵਾਸ ਵੀ ਕਲਾ ਹੈ, ਇਹ ਤਾਂ ਨਹੀਂ ਆਂਦੀ ਸਾਡੇ ਅੰਦਰ ਕਿ ਸਾਡੇ ਕੋਲ ਸਾਰੇ ਹੀ ਆਨਸਰਸ ਆ ਜੀ, ਤੁਸੀਂ ਜੋ ਮਰਜ਼ੀ ਪੁੱਛੋ ਅਸੀਂ ਦੱਸਾਂਗੇ ਤਾਂ ਮੈਂ ਕੌਨਫੀਡੈਂਟ ਆ। नो, ਜਦੋਂ ਅਸੀਂ ਆਪਣਾ ਮਾਈਂਡ ਓਪਨ ਕਰ ਦਿੰਨੇ ਆ, ਜਿੰਨੇ ਵੀ ਕੁਐਸਚਨ ਦੁਨੀਆ ਤੇ ਹੈ ਪੁੱਛੋ, ਸ਼ਾਇਦ ਅਸੀਂ ਉਹਨਾਂ ਦਾ ਆਨਸਰ ਦੇ ਸਕੀਏ। ਸੋ ਦੈਟ ਵੇ ਵੀ ਆਰ ਕੌਨਫੀਡੈਂਟ। ਅਸੀਂ ਆਪਣੇ ਆਪ ਨੂੰ ਉੱਥੇ ਕੌਨਫੀਡੈਂਟ ਕਹਿਲਾ ਸਕਦੇ ਹਾਂ। ਤੇ ਇਸ ਤੋਂ ਅੱਗੇ ਹੋਰ ਕੌਨਫੀਡੈਂਸ ਬਾਰੇ ਆਪਾਂ ਕਰੀਏ ਗੱਲ। ਮੋਟੀਵੇਸ਼ਨਲ ਕੋਟਸ ਟੂ ਬੂਸਟ योर ਕੌਨਫੀਡੈਂਸ। ਕੁਛ ਇਸ ਤਰ੍ਹਾਂ ਦੇ ਪ੍ਰੇਰਨਾਤਮਕ ਕੋਟਸ ਨੇ ਜਿਹੜਾ ਕਿ ਤੁਹਾਡੇ ਆਤਮ ਵਿਸ਼ਵਾਸ ਨੂੰ ਹੋਰ ਅੱਗੇ ਵਧਾਉਂਦੇ ਆ, ਤੁਸੀਂ ਅੱਗੇ ਉਸ ਤੇ ਆਪਣੇ ਆਪ ਨੂੰ ਸਟਰੋਂਗ ਬਣਾ ਸਕਦੇ ਆ। Don't be distracted by criticisms. Believe in yourself. Optimism is the faith that leads to achievement. Never bend your head. I'm not afraid of storms, for I am learning how to sail my ship. Don't wait until everything is just right. ਕਹਿੰਦੇ ਸਭ ਤੋਂ ਪਹਿਲਾਂ ਆਪਾਂ ਕੀ ਸਮਝ ਸਕਦੇ ਆ? Distracted by criticism. ਹੁਣ ਜਦੋਂ ਅਸੀਂ ਕੋਈ ਵੀ ਕੰਮ ਸਮਾਜ ਵਿੱਚ ਕਰਦੇ ਆ, ਕੁਛ ਸਾਡੀ ਪ੍ਰੇਜ਼ ਕਰੋਗੇ, ਸਾਨੂੰ ਸਰਾਹੋਗੇ, ਸਾਨੂੰ ਐਪਰੀਸ਼ੀਏਸ਼ਨ ਦੇਣਗੇ, ਕੁਛ ਸਾਡੀ ਆਲੋਚਨਾ ਵੀ ਕਰਨਗੇ। ਕ੍ਰਿਟਿਸਿਜ਼ਮ, ਆਲੋਚਨਾ, ਸਾਨੂੰ ਬੁਰਾ ਵੀ ਕਹਿਣਗੇ, ਸਾਨੂੰ ਡਿਸਟਰੈਕਟ ਕਰਨ ਦੀ ਕੋਸ਼ਿਸ਼ ਕਰਨਗੇ। ਬਟ ਕੋਈ ਵੀ ਬੰਦਾ ਪਰਫੈਕਟ ਨਹੀਂ ਹੁੰਦਾ ਤੇ ਨਾ ਹੀ ਕੋਈ ਪਰਫੈਕਟ ਹੋ ਸਕਦਾ ਆ। ਮੈਕਸਿਮਮ ਐਫਰਟ ਸਾਡਾ ਹੋਣਾ ਚਾਹੀਦਾ ਹੈ ਕਿ ਅਸੀਂ परफेक्ट बनने की कोशिश करिए, असी अपना बेहतर सब तो अच्छा दे सकीए, आलोचनावां तो दूर रहिए। जे हुंदियां है ते अपने आप नूं जदों असी उह तो दूर रख के चलण की कोशिश करांगे, असी अपने व्यवहार नूं उत्ते लिजा सकांगे। अपने आप ते विश्वास रखना, यही सब तो वड्डा गुण है कि अपने बिहेवियर नूं असी इस तरह शेप आउट कर सकते हैं। ऑप्टिमिज्म जिहड़ा साडा विश्वास है, सकारात्मक सोच वाला, उही सानूं प्राप्ति दी ओर लैके जांदा है। यानी अपना खुले विचार रखो और सकारात्मक सोच डेवलप करो। अपना हेड कदी झुकन ना दियो, यानी कि अपना सिर कदी नीवा ना करो। एक राइटर ने कहा है, आई एम नॉट अफ्रेड ऑफ स्टॉर्म्स, पर आई एम लर्निंग हाउ टू सेल माई शिप। वो कहती है कि मैनू पता है कि मैं तूफाना तो नहीं डरदी, मैनू पता है क्योंकि मैं लर्न कर रही हूँ कि मैं अपना शिप किस तरह सेल करना है, मैं अपना जहाज किस तरह चलाना है। ਤੇ ਇਸ ਕਰਕੇ ਕਹਿੰਦੇ ਡੋਂਟ ਵੇਟ ਅੰਟਿਲ ਐਵਰੀਥਿੰਗ ਇਜ਼ ਜਸਟ ਰਾਈਟ। ਕਹਿਣ ਦਾ ਭਾਵ ਇੰਤਜ਼ਾਰ ਨਾ ਕਰੋ ਵੀ ਅਸੀਂ ਇੰਤਜ਼ਾਰ ਕਰਨ ਲੱਗ ਪਈਏ, ਉਦੋਂ ਤੱਕ ਚੱਲਦੇ ਰਹੋ, ਕੰਟੀਨਿਊਸ ਰਹੋ ਜਦੋਂ ਤੱਕ ਐਵਰੀਥਿੰਗ ਸਹੀ ਨਹੀਂ ਹੋ ਜਾਂਦਾ। ਯਾਨੀ ਕਿ ਤੁਹਾਡੀ ਲਾਈਫ ਐਂਡ ਤੱਕ ਜਦੋਂ ਤੱਕ ਤੁਹਾਨੂੰ ਉਸ ਪੀਕ, ਉਸ ਮੁਕਾਮ ਤੱਕ ਨਾ ਪਹੁੰਚਾ ਦੇ, ਬੀ हैव कंटिन्यूअस एफर्ट्स, अपने एफर्ट्स जारी रखने हैं। नाउ कम्स, let us talk something about life skills. In short, we can say these are all our life skills. Life skills may be defined as abilities for adaptive and positive behavior that enables the individuals to deal effectively with the demands and challenges of everyday life. आ सारे साडे life skills ने, communication skill, behavioral skill, thinking skill, problem solving skill, ਇਹ ਸਾਡੇ ਲਾਈਫ ਸਕਿੱਲਸ ਨੇ ਜਿਹੜੇ ਸਾਡੀ ਲਾਈਫ ਨੂੰ ਕੰਟਰੋਲ ਕਰਦੇ ਨੇ। ਤਾਂ ਹੀ ਅਸੀਂ ਸ਼ਾਰਟਸ ਕਿਹਾ ਹੈ ਥੀਸ ਆਲ ਆਰ ਆਵਰ ਲਾਈਫ ਸਕਿੱਲਸ। ਇਹਨਾਂ ਨੂੰ ਅਸੀਂ ਜੇ ਫੜ ਕੇ ਚੱਲਾਂਗੇ, ਅਸੀਂ ਆਪਣੇ ਜੀਵਨ ਨੂੰ ਬਹੁਤ ਉੱਚਾ ਬਣਾ ਲਵਾਂਗੇ। ਲਾਈਫ ਸਕਿੱਲ ਨੂੰ ਤੁਸੀਂ ਪਰਿਭਾਸ਼ਿਤ ਕਰ ਸਕਦੇ ਆ ਕਿ ਉਹ ਐਬਿਲਿਟੀ ਹੈ, ਯੋਗਤਾ ਹੈ। ਕਾਹਦੀ ਯੋਗਤਾ ਹੈ? ਕਿ ਤੁਸੀਂ ਅਡੈਪਟ ਕਰੋ, ਆਪਣੇ ਅੰਦਰ ਲਿਆਓ ਪੋਜ਼ਿਟਿਵ ਬਿਹੇਵੀਅਰ, ਸਕਾਰਾਤਮਕ ਆਪਣਾ ਵਿਵਹਾਰ, ਜਿਹੜਾ ਕਿ ਇੰਡੀਵਿਜੂਅਲ ਨੂੰ ਸਮਾਜ ਦੇ ਵਿੱਚ ਕਿੱਦਾਂ ਵਿਚਰਨਾ ਹੈ ਉਹਦੇ ਲਈ ਉਹਨੂੰ ਇਨੇਬਲ ਕਰਦਾ ਆ, ਉਹਨੂੰ ਯੋਗ ਬਣਾਉਂਦਾ ਆ।
ਅਤੇ ਡਿਮਾਂਡ ਔਰ ਚੈਲੰਜਸ ਜਿਹੜੀਆਂ ਹੈ ਤੁਹਾਡੇ ਲਾਈਫ ਟਾਈਮ ਦੀਆਂ, ਉਹਨਾਂ ਨੂੰ ਤੁਹਾਨੂੰ ਸਹਿਨ ਕਰਦੇ ਹੋਏ, ਉਹਨਾਂ ਨੂੰ ਫੇਸ ਕਰਦੇ ਹੋਏ ਤੁਸੀਂ ਅੱਗੇ ਕਿੱਦਾਂ ਵਧਣਾ ਆ, ਇਹ ਤੁਹਾਡਾ ਜਿਹੜੇ ਗੁਣ ਨੇ ਤੁਹਾਨੂੰ ਸਾਨੂੰ ਇਸ ਦੀ ਕਾਬਲੀਅਤ ਪ੍ਰਦਾਨ ਕਰਦੇ ਨੇ। ਤੇ ਸਾਨੂੰ ਮੈਕਸਿਮਮ ਐਫਰਟ ਆਪਣਾ ਕਰਨਾ ਚਾਹੀਦਾ ਆ ਕਿ ਅਸੀਂ ਇਹਨਾਂ ਸਕਿੱਲਸ ਨੂੰ ਕਿਸ ਤਰ੍ਹਾਂ ਨਿਖਾਰੀਏ। ਤੇ ਇੱਥੇ ਹੁਣ ਮੇਰਾ ਟੌਪਿਕ ਖਤਮ ਹੁੰਦਾ ਹੈ। ਮੈਂ ਥੋੜੀ ਜਿਹੀ ਗੱਲ ਕਰਦੀ ਹਾਂ ਕਿ ਆਪਣੇ ਗ੍ਰੇਟੈਸਟ ਸਟਰੈਂਥਸ ਜਿਹੜੇ ਹੁੰਦੇ ਨੇ, ਆਪਾਂ ਆਪਣੇ ਐਵਰੀਬਡੀ ਹੈਜ਼ ਅ ਸਟਰੈਂਥ ਐਂਡ ਵੀਕਨੈਸਸ। ਹਰ ਇੱਕ ਦੇ ਅੰਦਰ ਸਟਰੈਂਥ ਆ, ਵੀਕਨੈਸ ਆ। ਤੇ ਜਿਹਦੇ ਅੰਦਰ ਸਟਰੈਂਥ ਹੈ, ਮੈਕਸਿਮਮ ਸਟਰੈਂਥ ਨੂੰ ਆਪਾਂ ਬੂਸਟ ਅਪ ਕਰੀਏ। ਜਿਹਦੇ ਵਿੱਚ ਆਪਾਂ ਕੀ ਕਰਦੇ ਆ, ਐਬਿਲਿਟੀ ਟੂ ਲਰਨ ਫਰੋਮ ਮਿਸਟੇਕਸ। ਅਸੀਂ ਮਿਸਟੇਕਸ ਤੋਂ ਸਿੱਖਦੇ ਆ। ਆਪਣੇ ਅੰਦਰ ਇਹ ਯੋਗਤਾ ਪੈਦਾ ਕਰੋ ਕਿ ਗਲਤੀਆਂ ਤੋਂ ਸਿੱਖੋ, ਅੱਗੇ ਵਧੋ। ਕ੍ਰੀਏਟਿਵ ਥਿੰਕਿੰਗ ਰੱਖੋ ਆਪਣੀ। ਟਾਸਕ ਪ੍ਰਾਇੋਰਟਾਈਜੇਸ਼ਨ ਦਿਓ, ਯਾਨੀ ਕਿ ਜਿਹੜਾ ਤੁਹਾਡਾ ਕੰਮ ਹੈ, ਜਿਹੜਾ ਤੁਹਾਨੂੰ ਕੰਮ ਮਿਲਿਆ ਹੈ, ਉਹਨੂੰ ਪ੍ਰਾਇੋਰਟੀ ਦਿਓ। then you will be successful। डिसिप्लिनरी रहो, डिटरमाइन रहो। अगर आप डिसिप्लिन्ड हैं, डिटरमाइंड हैं, so you will get success। डेडिकेशन एंड एंथुसियाज्म, ਤੁਹਾਡੇ ਅੰਦਰ ਕਿਸੇ ਵੀ ਕੰਮ ਦੇ ਪ੍ਰਤੀ ਇੱਕ ਲਗਨ, ਇੱਕ ਭਾਵ ਹੋਣਾ ਚਾਹੀਦਾ ਹੈ। ਤੁਹਾਡੇ ਅੰਦਰ ਜਨੂਨ ਹੋਣਾ ਚਾਹੀਦਾ ਆ ਕਿ ਤੁਸੀਂ ਉਸ ਕੰਮ ਨੂੰ ਕਿਸ ਤਰ੍ਹਾਂ ਹਾਸਲ ਕਰਨਾ ਆ। ਜਦੋਂ ਅਸੀਂ ਆਪਣੀ ਡੈਡੀਕੇਸ਼ਨ ਉਸ ਕੰਮ ਦੇ ਵਿੱਚ ਲਾ ਦਿੰਨੇ ਆ ਤੇ ਅਸੀਂ ਜ਼ਿੰਦਗੀ ਦੀ ਜੰਗ ਨੂੰ ਹਾਸਲ ਕਰ ਲੈਂਦੇ ਆ। ਇੰਟਰਪਰਸਨਲ ਸਕਿੱਲਸ ਐਂਡ ਰਿਸਪੈਕਟਫੁਲਨੈਸ ਜ਼ਰੂਰ ਹੋਣੀ ਚਾਹੀਦੀ ਆ। ਇੰਟਰਪਰਸਨਲ ਸਕਿੱਲਸ, ਜਿਹੜੀਆਂ ਸਕਿੱਲਸ ਆਪਾਂ ਸਾਰੀਆਂ ਡਿਸਕਸ ਕੀਤੀਆਂ, ਇਹ ਸਭ ਇੰਟਰਪਰਸਨਲ ਸਕਿੱਲਸ ਸੀ ਆਪਣੀਆਂ। ਤੇ ਬੀ ਰਿਸਪੈਕਟਫੁਲ। ਸੋ ਇਫ ਯੂ ਹੈਵ these qualities, you are the genius of your life। So thank you everybody, this is all about my topic। I hope everybody can understand my topic and if some questions are there। ਹਾਂਜੀ ਸੰਜੀਵ ਸਰ। ਹਾਂਜੀ ਮੈਮ, ਮਨਦੀਪ ਜੋੜੀ ਬੋਲ ਰਿਹਾ ਹਾਂਜੀ ਜੀ। ਹਾਂਜੀ ਹਾਂਜੀ ਮੈਂ ਅਨਮਿਊਟ ਕਰਦਾ ਜੀ ਸਾਰਿਆਂ ਨੂੰ, ਤੇ ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰ ਲੈਣਾ, ਜੀ ਮਿਊਟ ਹੋ ਜਾਓਗੇ ਇੱਕ ਵਾਰੀ। ਤੇ ਪਾਰਟਿਸਿਪੈਂਟਸ ਪਲੀਜ਼ ਓਕੇ ਕੁਐਸਚਨ ਸਰ, ਜਿਸ ਤਰ੍ਹਾਂ ਵੀ ਹੋਵੇ ਓਕੇ ਉਹ ਸਰ। ਆਪਣੇ ਆਪ ਨੂੰ ਅਨਮਿਊਟ ਕਰਕੇ ਕੁਐਸਚਨ ਪੁੱਛ ਸਕਦਾ ਹੈ ਤੇ ਡਿਸਕਸ ਕਰ ਸਕਦਾ ਹੈ। ਬਾਕੀ ਆਪਣੇ ਆਪ ਨੂੰ ਮਿਊਟ ਹੀ ਰੱਖਣਾ, ਕਿਉਂਕਿ ਡਿਸਟਰਬੈਂਸ ਕ੍ਰੀਏਟ ਹੁੰਦੀ ਹੈ। ਨਹੀਂ ਤੇ ਫਿਰ ਜਿਹਨੇ ਕੁਐਸਚਨ ਕਰਨਾ ਹੈ ਉਹ ਆਪਣੇ ਆਪ ਨੂੰ ਅਨਮਿਊਟ ਕਰਕੇ ਕੁਐਸਚਨ ਪੁੱਛ ਸਕਦਾ ਹੈ। ਜੈਸ ਪਲੀਜ਼, ਅਗਰ ਕਿਸੇ ਦਾ ਕੋਈ ਕੁਐਸਚਨ ਹੈ ਤਾਂ ਪੁੱਛ ਸਕਦੇ ਹੋ। ਮੈਮ ਆਪਣੇ ਆਪ ਨੂੰ ਅਨਮਿਊਟ, ਹਾਂ ਜੈਸ, ਠੀਕ ਹਾਂਜੀ ਹੈ ਜੀ। ਹਾਂਜੀ ਸਰ, ਹਾਂ ਹਾਂਜੀ ਠੀਕ ਕਰ ਹੈ ਜੀ। ਲਿਆ। ਹਾਂਜੀ। If anybody having any question related behavior skills or behavior, then he or she may ask। Reading, library. Ma'am, life skills, just tell about it, explain once again। Okay ma'am, life skills madam, I talk about कि life skills ਸਾਡੇ ਕੋਈ particular norms decide ਨਹੀਂ ਹੁੰਦੇ ਹੈ। ਜਿੱਦਾਂ ਆਪਾਂ ਆਪਣਾ thinking skill ਨੂੰ ਨਿਖਾਰਨਾ, ਆਪਣਾ communication skill ਨਿਖਾਰਨਾ ਔਰ ਆਪਣੇ ਹਰ skill ਨੂੰ ਆਪਾਂ fine ਰੱਖੀਏ, ਉਹੀ ਸਾਡਾ life skill ਹੈ। ਅਸੀਂ ਲਾਈਫ ਦੇ ਹਰ ਮੋੜ ਤੇ ਆਪਣੇ ਆਪ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਅਸੀਂ ਹਰ ਪ੍ਰੋਬਲਮ ਨੂੰ ਅੱਛੀ ਤਰ੍ਹਾਂ ਸਕਿੱਲਸ ਨਿਖਾਰ ਕੇ ਫੇਸ ਕਰ ਸਕਦੇ ਹਾਂ। ਉਹੀ ਸਾਡੇ ਲਾਈਫ ਸਕਿੱਲਸ ਹੈ ਮੈਡਮ। Library। ਹਾਂਜੀ, ਥੈਂਕ ਯੂ ਮੈਮ। ਓਕੇ ਮੈਮ। ਹਾਂਜੀ ਮੈਮ। सत श्री अकाल मैम जी। हेलो। ਹਾਂਜੀ ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। मैम कोई पर्सन जेकर गलत जगह ते जा रहा है या गलत रस्ते ते जा रहा है, ਉਹਨੂੰ ਆਪਾਂ ਇੱਕ ਦੋ ਵਾਰੀ ਰੋਕਿਆ ਵਾ ਵੀ ਤੂੰ ਗਲਤ ਜਗ੍ਹਾ ਤੇ ਨਹੀਂ ਜਾਣਾ ਜਾਂ ਗਲਤ ਰਸਤੇ ਤੇ ਨਹੀਂ ਜਾਣਾ, ਫਿਰ ਵੀ ਉਹ ਸਮਝ ਨਹੀਂ ਰਿਹਾ। ਮੈਡਮ ਸਾਨੂੰ ਦੱਸੋ ਕਿ ਉਹਨੂੰ ਕਿਸ ਤਰ੍ਹਾਂ ਸਮਝਾਇਆ ਜਾ ਸਕਦਾ, ਉਹ ਪਰਸਨ ਨੂੰ ਪਿਆਰ ਦੇ ਤਰੀਕੇ ਨਾਲ।
या कुछ भी? सर एक्चुअली जे गलत रास्ता डेंजरस है ਤਾਂ ਅਸੀਂ ਆਪਣਾ ਮੈਕਸਿਮਮ ਐਫਰਟ ਲਗਾਉਂਦੇ ਹਾਂ ਵੀ ਅਸੀਂ ਉਹਨੂੰ ਪਿੱਛੇ ਖਿੱਚ ਲਈਏ, ਪਰ ਜਦੋਂ ਅਸੀਂ ਦੇਖਦੇ ਹਾਂ ਕਿ ਬਹੁਤ ਹੀ ਹਟੀ ਹੈ ਬੰਦਾ, ਹਟ ਹੀ ਨਹੀਂ ਰਿਹਾ, ਤੇ ਫਿਰ ਸਾਡੇ ਵੀ ਹੱਥ ਵਸ ਕੁਝ ਨਹੀਂ ਹੁੰਦਾ। ਅਸੀਂ ਆਪਣਾ ਐਫਰਟ, ਆਪਣੀ ਅੱਛਾਈ ਜ਼ਰੂਰ ਪੇਸ਼ ਕਰਦੇ ਹਾਂ। ਹੁਣ ਇਹ ਤੇ ਸਿਰਫ ਨੈਕਸਟ ਪਰਸਨ ਤੇ ਹੈ ਨਾ ਕਿ ਉਹਨੇ ਆਪਣੀ ਜ਼ਿੰਦਗੀ ਦਾ ਕੀ ਫੈਸਲਾ ਲੈਣਾ ਹੈ। ठीक है, थैंक यू मैम। ओके सर। हेलो, गुड मॉर्निंग। हाँ जी, डिस्टरबेंस आ रही है सर। मैम कोई हम समझा रहे हैं, कोई बात नहीं समझ रहा है तो क्या करना चाहिए? सर अपना एफर्ट जितना भी आप मोटिवेशनल आपके पास हथियार हैं वो सारे इस्तेमाल करने चाहिए। बाकी क्या है? है जी, समझ नहीं रहा है। हाँ जी, आप अपना सर, मुझे एक्चुअली आवाज क्लियर नहीं हो रही है। हेलो, हाँ जी, हेलो हेलो, हेलो, हाँ जी, हाँ जी, बोलिए सर। हेलो, हेलो, हाँ जी, मैं सुन रही हूँ जी। हेलो, हेलो मैम, स्केल हाँ से जी जी पढ़ता रही है? जी, स्केल, हाँ जी। हाँ स्केल सर्टिफिकेट डिपार्टमेंट में। सर मुझे आपका एक्चुअली क्लियर नहीं हो रहा, प्लीज क्लियरली बताइए क्या पूछ रहे हैं जी। आवाज आपका क्लियर नहीं है जी। हेलो, हेलो, हाँ जी, बोलिए। हेलो, हाँ जी, हाँ जी, थिंकिंग स्किल के बारे में बोलो। किसके बारे में? थिंकिंग स्किल, थिंकिंग थिंकिंग स्किल। स्किल, थिंकिंग स्किल। हाँ जी, हाँ जी। जी हाँ सर, थिंकिंग स्किल बहुत इंपॉर्टेंट रोल प्ले करता है हमारी लाइफ में, जिसमें कि हमारी सक्सेस बहुत ज्यादा निर्भर करती है थिंकिंग स्किल पर। क्योंकि थिंकिंग स्किल जो है हमारा इस तरह का प्रोसेस है जिसमें हम ऊंचे से ऊंचा भी सोच सकते हैं, या अपने आप के लिए बेहतर से बेहतर कहाँ तक जाना है हमें उसके बारे में भी हम सोच सकते हैं। तो थिंकिंग जो है हमारी बहुत हमें रास्ते पर, मतलब हमारे को सक्सेस भी दिला सकती है, हमें फेलियर भी दिला सकती है। ये डिपेंड करता है कि पर्सन किस वे में सीखना चाहता है, किस तरीके से आगे बढ़ना चाहता है, वो कैसे मानक अपने आप के लिए तय करना चाहता है कि वो अपने लाइफ में अपनी थिंकिंग हाई पीक पर ले जाकर अपने आप को सेट कर सके। मेन यही है जी, लाइफ थिंकिंग स्किल्स का जो रोल हमारी लाइफ में प्ले होता है। हाँ जी, और बोलिए। हेलो, हाँ जी, लाइफ स्किल, हाँ जी, लाइफ स्किल।
लाइफ स्किल मैम मैंने आपको पहले भी बताया कि ये हमारी एबिलिटी होती है कि हम पॉजिटिव बिहेवियर को कैसे अडेप्ट करें। लाइफ स्किल है हमारा कि हम पॉजिटिव बिहेवियर को जब अडेप्ट करके चलेंगे तो हम अपनी लाइफ को सक्सेसफुल बनाने में सफल हो सकेंगे। क्योंकि जो हमारे चैलेंजेस हैं डे टू डे लाइफ के, वो हमें पॉजिटिव बिहेवियर के साथ ही उनको डील करना पड़ता है ताकि हम अपने आप के लिए सक्सेस आगे देख सकें। ठीक है जी, थैंक यू। ओके जी। हाँ जी मैम। यस मैम। बहुत ਵਧੀਆ ਸਮਝਾਇਆ ਤੁਸੀਂ, ਬਹੁਤ ਵਧੀਆ ਲੈਕਚਰ ਸੀ ਸਾਰਾ, ਸਕਿੱਲ ਬਾਰੇ ਬਹੁਤ ਨੌਲੇਜ ਮਿਲੀ। थैंक यू वेरी मच मैम। ठीक है मैम, करते हैं जी। ओके सर जी। ओके जी, ओके। थैंक्स टू ऑल, साਰਿਆਂ ਦਾ ਧੰਨਵਾਦ।